ਹਾਲ ਪਾਵਨ ਸ਼ਬਦ ਧੰਨ ਗੁਰੂ ਅਰਜਨ ਦੇਵ ਜੀ ਦਾ ਬਿਲਾਵਲ ਰਾਗ ਦੇ ਅੰਦਰ ਬਖਸ਼ਿਸ਼ ਕੀਤਾ ਹੋਇਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ 826 ਅੰਗ ਤੇ ਸੁਭਾਇਮਾਨ ਹੋकर 827 ਅੰਗ ਤੇ ਸੰਪੰਨ ਹੁੰਦਾ ਹੈ। ਇਹ ਪਾਵਨ ਸ਼ਬਦ ਮਨੁੱਖ ਨੂੰ ਜਦੋਂ ਪ੍ਰਾਪਤੀ ਹੁੰਦੀ ਹੈ, ਉਸ ਦੀ ਪ੍ਰਾਪਤੀ ਅੰਦਰ ਦੀ ਤਬਦੀਲੀ ਹੈ, ਅੰਦਰ ਦਾ ਪਰਿਵਰਤਨ ਹੈ। ਸੱਚੇ ਸਤਿਗੁਰ ਦੀ ਰਹਿਮਤ ਕਿਰਪਾ ਬਖਸ਼ਿਸ਼ ਮਿਹਰ ਦੇ ਨਾਲ ਮਨੁੱਖ ਅੰਦਰੋਂ ਬਦਲ ਜਾਂਦਾ ਹੈ, ਅੰਦਰੋਂ ਪਰਿਵਰਤਨ ਹੁੰਦਾ ਹੈ। ਮਨੁੱਖ ਦੇ ਮਨ ਦੀਆਂ ਬਿਰਤੀਆਂ ਹਨ ਜਿਹਨੂੰ ਅਸੀਂ ਸੁਭਾਅ ਆਖ ਦਿੰਦੇ ਹਾਂ। ਇਹ ਸੁਭਾਅ ਬਦਲ ਜਾਂਦਾ ਹੈ, ਇਹ ਬਿਰਤੀ ਬਦਲ ਜਾਂਦੀ ਹੈ। ਹੁਣ ਥੋੜਾ ਆਪਾਂ ਸਮਝਣਾ ਵੀ ਇਹ ਸੁਭਾਅ ਜਾਂ ਇਹ ਬਿਰਤੀ ਕੀ ਹੈ ਤੇ ਕਿਵੇਂ ਬਦਲਦੀ ਹੈ। ਇੱਕ ਬਿਰਤੀ ਹੈ, ਉਸ ਨੂੰ ਪ੍ਰਮਾਣ ਬਿਰਤੀ ਆਖੀਏ। ਵੈਸੇ ਮਨ ਦੀਆਂ ਬੜੀਆਂ ਬਿਰਤੀਆਂ ਨੇ, ਇੱਕ ਬਿਰਤੀ ਹੈ ਉਸ ਨੂੰ ਪ੍ਰਮਾਣ ਬਿਰਤੀ ਆਖੀਏ। ਜਿਸ ਮਨੁੱਖ ਦੀ ਇਸ ਤਰ੍ਹਾਂ ਦੀ ਬਿਰਤੀ ਹੋਵੇ, ਉਹ ਫਿਰ ਹਰ ਗੱਲ ਦਾ ਸਬੂਤ ਮੰਗਦਾ ਹੈ। ਪ੍ਰਮਾਣ ਦਾ ਅਰਥ ਹੁੰਦਾ ਸਬੂਤ। ਇਹ ਪਰਮਾਤਮਾ ਨੂੰ ਵੀ ਨਹੀਂ ਮੰਨਦੇ। ਜੇ ਆਖਦੀ ਇਹ ਪਰਮਾਤਮਾ ਹੈ, ਪਰਮਾਤਮਾ ਦੀ ਗੱਲ ਕਰੀਏ ਤੇ ਉਹ ਆਖਣਗੇ ਕੀ ਸਬੂਤ ਹੈ ਵੀ ਪਰਮਾਤਮਾ ਹੈ। ਇਹ ਬਿਲਕੁਲ ਨਾਸਤਿਕ ਬਿਰਤੀ ਦਾ ਮਨੁੱਖ ਹੁੰਦਾ ਹੈ। ਹਰ ਗੱਲ ਤੇ ਇਹਨੇ ਤਰਕ ਖੜਾ ਕਰਨਾ ਹੈ। ਰੱਬ ਦੀ ਗੱਲ ਇਸ ਨੇ ਨਹੀਂ ਮੰਨਣੀ। ਜੇ ਮਨਾਵਾਂਗੇ ਆਪਾਂ ਕਵਾਂਗੇ ਤੇ ਇਹ ਸਬੂਤ ਭਾਲੇਗਾ ਵੀ ਮੈਨੂੰ ਸਬੂਤ ਦਿਓ। ਇਸ ਤਰ੍ਹਾਂ ਦਾ ਇੱਕ ਮਨੁੱਖ ਮਹਾਤਮਾ ਗੌਤਮ ਜੀ ਦੇ ਪਾਸ ਆਇਆ ਸੀ। ਮਹਾਤਮਾ ਬੁੱਧ ਜੀ ਦੇ ਪਾਸ ਆਇਆ ਸੀ। ਆਣ ਕੇ ਕਹਿਣ ਲੱਗਾ ਜੀ ਪਰਮਾਤਮਾ ਹੈ। ਉਹਦਾ ਖਿਆਲ ਨਹੀਂ ਸੀ ਵੀ ਜੇ ਮਹਾਤਮਾ ਬੁੱਧ ਜੀ ਆਖਣਗੇ ਪਰਮਾਤਮਾ ਹੈ ਤੇ ਮੈਂ ਆਖਾਂਗਾ ਲਿਆ ਵਿਖਾ ਕਿੱਥੇ ਹੈ। ਮਹਾਤਮਾ ਜੀ ਉਹਦੀ ਭਾਵਨਾ ਨੂੰ ਸਮਝ ਕੇ ਬਿਲਕੁਲ ਚੁੱਪ ਕਰਕੇ ਫਿਰ ਕਹਿੰਦਾ ਜੀ ਪਰਮਾਤਮਾ ਨਹੀਂ ਹੈ। ਜੇ ਕਹਿਣਗੇ ਨਹੀਂ ਹੈ ਤੇ ਫਿਰ ਮੈਂ ਕਹਿ ਦਿਆਂਗਾ ਤੁਸੀਂ ਆ ਪਰਮਾਤਮਾ ਦਾ ਪ੍ਰਚਾਰ ਕਿਉਂ ਕਰ ਰਹੇ ਹੋ। ਮਹਾਤਮਾ ਜੀ ਫਿਰ ਵੀ ਚੁੱਪ ਰਹੇ। ਇਹ ਕਹਿੰਦਾ ਜੀ ਤੁਹਾਡੀ ਚੁੱਪ ਤੋਂ ਮੈਂ ਕੀ ਸਮਝਾਂ। ਮਹਾਤਮਾ ਜੀ ਨੇ ਆਖਿਆ ਵੀ ਤੂੰ ਸਵਾਲ ਕੀਤਾ ਹੈ ਪਰਮਾਤਮਾ ਹੈ, ਤੇ ਜੇ ਅਸੀਂ ਕਹਿ ਦਿੰਦੇ ਵੀ ਪਰਮਾਤਮਾ ਹੈ ਤੇ ਤੂੰ ਆਖਣਾ ਸੀ ਲਿਆਓ ਵਿਖਾਓ। ਉਹ ਕੋਈ ਜੇਬ ਦੇ ਵਿੱਚ 100 ਦਾ ਨੋਟ ਤਾਂ ਹੈ ਨਹੀਂ, ਮੈਂ ਕੱਢ ਕੇ ਵਿਖਾ ਦਿਆਂ। ਇਹ ਅੰਦਰ ਦਾ ਪਰਿਵਰਤਨ ਹੈ। ਮਨੁੱਖ ਅੰਦਰੋਂ ਬਦਲ ਜਾਂਦਾ ਹੈ, ਉਹਦੀ ਬਿਰਤੀ ਅੰਦਰੋਂ ਬਦਲ ਜਾਂਦੀ ਹੈ। ਬਸ ਇਹੀ ਪਰਮਾਤਮਾ ਦੀ ਪ੍ਰਾਪਤੀ ਹੈ। ਉਹ ਅੰਦਰੋਂ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ। ਉਹਦਾ ਸੁਭਾਅ, ਉਹਦੀ ਬਿਰਤੀ ਅੰਦਰੋਂ ਪਰਿਵਰਤਨ ਹੋ ਜਾਂਦੀ। ਤੁਸੀਂ ਕਿਹਾ ਸੀ ਨਹੀਂ ਹੈ ਤੇ ਹੁਣ ਮੈਂ ਕਿਵੇਂ ਕਹਿ ਦਿਆਂ ਵੀ ਮਨੁੱਖ ਪਰਮਾਤਮਾ ਦੇ ਨਾਲ ਜੁੜ ਕੇ ਪਰਮਾਤਮਾ ਦੀ ਬਿਰਤੀ ਵਾਲਾ ਅੰਦਰੋਂ ਹੋ ਜਾਂਦਾ ਹੈ। ਹੁਣ ਜਿਹੜਾ ਬਦਲਾਵ ਹੈ ਇਹਦੇ ਲਈ ਕੀ ਸਬੂਤ ਦਿੱਤਾ ਜਾਵੇ, ਕੀ ਵਿਖਾਇਆ ਜਾਵੇ। ਇਹਦੇ ਲਈ ਸੁਣਨਾ ਹੈ। ਪਹਿਲੋਂ ਹਾਰ ਸੀ, ਸੁਨਿਆਰੇ ਨੇ ਉਹਨੂੰ ਬਦਲ ਕੇ ਕੜਾ ਬਣਾ ਦਿੱਤਾ ਹੈ। ਉਹ ਸੁਣਨਾ ਹੈ ਪਰ ਉਹਦਾ ਜਿਹੜਾ ਆਕਾਰ ਹੈ ਉਹ ਬਦਲ ਗਿਆ ਹੈ। ਉਹਦਾ ਸੁਭਾਅ ਹੈ ਜਿਹੜਾ ਉਹ ਤਾਂ ਸੋਨੇ ਵਾਲਾ ਹੀ ਹੈ, ਸੋਨੇ ਵਾਲੀ ਚਮਕ ਹੈ। ਉਹਦਾ ਆਕਾਰ ਬਦਲ ਗਿਆ। ਇਹ ਤਾਂ ਹੁਣ ਸਬੂਤ ਹੈ ਵੀ ਹਾਂ ਪਹਿਲੋਂ ਹਾਰ ਸੀ ਤੇ ਹੁਣ ਕੜਾ ਹੋ ਗਿਆ ਹੈ। ਤੇ ਜੇ ਸੋਨੇ ਦੇ ਵਿੱਚ ਮਿਲਾਵਟ ਕੀਤੀ ਤੇ ਉਹ ਤਾਂ ਫਿਰ ਛੇਤੀ ਨਹੀਂ ਨਾ ਸਮਝ ਲੱਗਦੀ। ਅੰਦਰੋਂ ਜਿਹੜਾ ਸੋਨੇ ਦੇ ਵਿੱਚ ਮਿਲਾਵਟ ਕਰਕੇ ਉਹਨੂੰ ਬਦਲਿਆ ਗਿਆ ਹੈ,
ਉਹ ਤਾਂ ਕੋਈ ਪਾਰਖੂ ਹੀ ਸਮਝ ਸਕਦਾ ਹੈ। ਇਸ ਤਰ੍ਹਾਂ ਦੀ ਬਿਰਤੀ ਵਾਲੇ ਜਿਹੜੇ ਮਨੁੱਖ ਨੇ ਉਹਨਾਂ ਨੂੰ ਆਖਿਆ ਜਾਂਦਾ ਹੈ ਪ੍ਰਮਾਣ ਬਿਰਤੀ। ਇਹ ਹਰ ਗੱਲ ਤੇ ਸਬੂਤ ਮੰਗਦਾ ਹੈ, ਇਹਨੂੰ ਸਬੂਤ ਚਾਹੀਦਾ ਹੈ। ਧੰਨ ਗੁਰੂ ਅੰਗਦ ਦੇਵ ਜੀ ਸੱਚੇ ਸਤਿਗੁਰ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਦੇ ਵਿੱਚ 21 ਵਾਰੀ ਪ੍ਰੀਖਿਆ ਹੋਈ ਸੀ ਵੀ ਇਹਨਾਂ ਦਾ ਅੰਦਰ ਕਿਹੜੀ ਬਿਰਤੀ ਵਾਲਾ ਹੈ। ਅੱਧੀ ਰਾਤ ਦਾ ਸਮਾਂ ਸੀ। ਗੁਰੂ ਨਾਨਕ ਦੇਵ ਜੀ ਕਹਿੰਦੇ ਪੁਰਖਾ ਖੜਾ ਹੋ ਤੇ ਵਸਤਰ ਧੋ ਲਿਆ। ਇਹਨੇ ਕਹਿਤਾ 7 ਵਚਨ ਜੀ। ਇਹ ਨਹੀਂ ਆਖਿਆ ਬਈ ਦਿਨ ਹੋਣ ਦਾ ਕੋਈ ਸਬੂਤ ਤਾਂ ਹੈ ਨਹੀਂ, ਨਾ ਸੂਰਜ ਨਾ ਦਿਨ ਦੀ ਤਰ੍ਹਾਂ ਚਾਨਣ ਨੇ, ਕਿਸੇ ਸਬੂਤ ਦੀ ਲੋੜ ਨਹੀਂ ਪਈ, ਕੋਈ ਸਬੂਤ ਨਹੀਂ ਮੰਗਿਆ, ਬਸ 7 ਵਚਨ ਕਹਿ ਲਿਆ। ਜਿਹੜਾ ਗੁਰਮੁਖ ਹੋਏਗਾ, ਜਿੰਦੇ ਅੰਦਰੋਂ ਤਬਦੀਲੀ ਹੋ ਗਈ ਹੈ, ਪਰਿਵਰਤਨ ਹੋ ਗਿਆ ਹੈ, ਉਹ 7 ਵਚਨ ਆਖੇਗਾ। ਤੇ ਜਿਹੜਾ ਪ੍ਰਮਾਣ ਬਿਰਤੀ ਵਾਲਾ ਮਨਮੁਖ ਹੈ, ਇਹ ਗੁਰੂ ਦੀ ਗੱਲ ਨੂੰ ਸੱਚ ਕਰਕੇ ਨਹੀਂ ਮੰਨਦਾ, ਇਹਨੇ ਨਹੀਂ ਸੱਚ ਮੰਨਣਾ। ਇਹ ਆਖੇਗਾ ਮੈਨੂੰ ਸਬੂਤ ਦੀ ਲੋੜ ਹੈ। ਤੇ ਦੂਸਰੀ ਬਿਰਤੀ ਹੈ, ਇਸ ਨੂੰ ਵੀ ਪਰਜੇ ਬਿਰਤੀ ਆਖਦੇ ਨੇ। ਇਹਨੂੰ ਪੰਜਾਬੀ ਦੇ ਵਿੱਚ ਆਪਾਂ ਇਸ ਤਰ੍ਹਾਂ ਆਖ ਸਕਦੇ ਹਾਂ ਪੁੱਠੀ ਮੱਤ ਵਾਲਾ। ਇਹਨੇ ਹਰ ਕੰਮ ਨਾ ਜਿਹੜਾ ਇਹ ਉਲਟ ਕਰਨਾ, ਪੁੱਠਾ ਕਰਨਾ, ਸਿੱਧਾ ਕੰਮ ਨਹੀਂ ਕੋਈ ਕਰਨਾ। ਜੇ ਕੋਈ ਸਿੱਧੀ ਗੱਲ ਆਖਦਾ ਹੈ ਤੇ ਇਹਨੇ ਫਿਰ ਉਸ ਦੇ ਵਿੱਚ ਵੀ ਲੱਤ ਅੜਾਣੀ ਹੈ ਵੀ ਇਹ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਹੈ। ਆਪ ਜੀ ਕਿਸੇ ਨੂੰ ਕੋਈ ਗੱਲ ਦੱਸੋਗੇ ਵੀ ਇਹ ਕੰਮ ਪਿੰਡ ਦੇ ਵਿੱਚ ਇਸ ਤਰ੍ਹਾਂ ਹੋਇਆ ਹੈ, ਇਹ ਕੋ ਆਖੇਗਾ ਨਹੀਂ ਇਸ ਤਰ੍ਹਾਂ ਨਹੀਂ ਹੋਇਆ, ਇਸ ਤਰ੍ਹਾਂ ਹੋਇਆ ਜਿਵੇਂ ਮੈਂ ਆਖ ਰਿਹਾ। ਤੁਸੀਂ ਆਖੋਗੇ ਮੈਂ ਫਲਾਣਾ ਸਿੰਘ ਤੋਂ ਸੁਣਿਆ, ਉਹਨੇ ਤਾਂ ਮੈਨੂੰ ਇਸ ਤਰ੍ਹਾਂ ਦੱਸਿਆ, ਆਖੋਗੇ ਉਹਨੂੰ ਬੜਾ ਪਤਾ ਹੈ। ਇਸ ਤਰ੍ਹਾਂ ਦੇ ਮਨੁੱਖ ਨੂੰ ਵੀ ਪਰਜੇ ਬਿਰਤੀ ਵਾਲੇ ਆਖਦੇ ਨੇ। ਇਹਨਾਂ ਨੇ ਦੂਜਿਆਂ ਨੂੰ ਝੂਠਿਆਂ ਕਰਨਾ ਹੀ ਕਰਨਾ ਹੁੰਦਾ ਹੈ। ਭਾਵੇਂ ਇਹਨਾਂ ਨੂੰ ਪਤਾ ਹੈ ਵੀ ਇਹ ਸੱਚੇ ਨੇ, ਪਰ ਇਹਨਾਂ ਨੇ ਆਪਣੀ ਗੱਲ ਨੂੰ ਅੱਗੇ ਰੱਖ ਕੇ ਦੂਜੇ ਮਨੁੱਖ ਨੂੰ ਝੂਠਾ ਕਰਨਾ ਹੈ, ਹਰ ਗੱਲ ਉਲਟ ਕਰਨੀ। ਇਹਨੂੰ ਕਹਿੰਦੇ ਨੇ ਵਿਪਰਜੇ ਬਿਰਤੀ ਵਾਲੇ, ਪੁੱਠੀ ਮੱਤ ਵਾਲੇ। ਪੰਜਾਬੀ 'ਚ ਆਪਾਂ ਆਖ ਦਿੰਦੇ ਹਾਂ। ਬਾਕੀ ਸਾਰੇ ਸ਼ਬਦ ਨੇ ਨਾ ਜਿਹੜੇ ਹਿੰਦੀ ਦੇ ਨੇ, ਹਿੰਦੀ ਦੇ ਵਿੱਚ ਇਹਨੂੰ ਵਿਪਰਜੇ ਬਿਰਤੀ ਆਖਦੇ ਨੇ। ਹੁਣ ਤੀਸਰੀ ਬਿਰਤੀ ਹੈ ਜਿਹੜੀ, ਇਹਨੂੰ ਆਖਦੇ ਨੇ ਨਿੰਦਰਾ ਬਿਰਤੀ ਵਾਲੇ। ਜਿਸ ਮਨੁੱਖ ਦੇ ਵਿੱਚ ਇਹ ਬਿਰਤੀ ਹੋਏਗੀ, ਉਹ ਭੂਤਾਂ ਪ੍ਰੇਤਾਂ ਨੂੰ ਜ਼ਿਆਦਾ ਮੰਨਣ ਵਾਲਾ ਹੋਏਗਾ। ਅਸੀਂ ਕਹਿ ਦਿੰਦੇ ਹਾਂ ਸਿਆਣਾ ਹੈ, ਇਹ ਭੂਤ ਪ੍ਰੇਤ ਨੂੰ, ਮੜੀਆਂ ਮਸਾਣੀਆਂ ਨੂੰ, ਇਸ ਤਰ੍ਹਾਂ ਦੇ ਮਨੁੱਖ ਨੇ ਜਿਹੜੇ ਜ਼ਿਆਦਾ ਹੋਣਗੇ। ਨਿੰਦਰਾ ਦਾ ਅਰਥ ਹੁੰਦਾ ਸੁੱਤਾ ਹੋਇਆ, ਅਗਿਆਨਤਾ ਦੀ ਨੀਂਦ। ਇਹ ਅਗਿਆਨੀ ਹੈ, ਇਹਨੂੰ ਸੋਝੀ ਕੋਈ ਵੀ ਨਹੀਂ। ਮੰਨ ਰਿਹਾ, ਅੰਦਰ ਵਿਸ਼ਵਾਸ ਵੀ ਹੈ, ਭਰੋਸਾ ਵੀ ਹੈ, ਪਰ ਮਨ ਗਲਤ ਥਾਂ ਨੂੰ ਰਿਹਾ ਹੈ, ਸਹੀ ਥਾਂ ਨੂੰ ਮੰਨ ਨਹੀਂ ਰਿਹਾ। ਭਰੋਸਾ ਜਿਹੜਾ ਉਹ ਗਲਤ ਥਾਂ ਤੇ ਹੋ ਗਿਆ ਹੈ, ਸਹੀ ਥਾਂ ਤੇ ਭਰੋਸਾ ਵਿਸ਼ਵਾਸ ਨਹੀਂ, ਸੁੱਤਾ ਪਿਆ ਹੈ। ਅਗਿਆਨਤਾ ਦੀ ਨੀਂਦ, ਜਾਗਿਆ ਨਹੀਂ ਗਿਆਨ ਕਰਕੇ। ਜਦੋਂ ਗਿਆਨ ਦੀ ਨੀਂਦ ਹਟੇਗੀ, ਗਿਆਨ ਆਏਗਾ, ਸੋਝੀ ਆਏਗੀ, ਤੇ ਫਿਰ ਇਹਨੂੰ ਪਤਾ ਲੱਗੇਗਾ ਮੈਂ ਜਿਸ ਨੂੰ ਮੰਨਦਾ, ਇਹ ਮੰਨਣ ਵਾਲੀ ਜਗ੍ਹਾ ਜਿਹੜੀ ਇਹ ਗੱਲ ਤੇ ਸੁਣ ਨਹੀਂ ਸੀ ਮੰਨਣਾ। ਅੱਗੇ ਚੌਥੀ ਬਿਰਤੀ ਹੈ, ਉਹਨੂੰ ਆਖ ਦਿੰਦੇ ਨੇ ਵਿਕਲਪ ਬਿਰਤੀ। ਇਹ ਵਿਕਲਪ ਦਾ ਅਰਥ ਹੁੰਦਾ ਹੈ ਮਨ ਦੇ ਵਿੱਚ ਐਵੇਂ ਹੀ ਦੁਖੀ ਹੋਈ ਜਾਣਾ। ਇਸ ਦੇ ਲਈ ਮੇਰੇ ਕੋਲ ਸਬੂਤ ਬੜੇ ਨੇ, ਤੇ ਉਹ ਸਾਰੇ ਸਬੂਤ ਨੇ ਨਾ ਜਿਹੜੇ ਆਪਣੇ ਸਾਰਿਆਂ ਤੇ ਟੋਕਦੇ ਨੇ, ਕਿਉਂਕਿ ਇਹ ਬਿਰਤੀ ਬਹੁਤ ਜ਼ਿਆਦਾ ਹੈ। ਜਿਵੇਂ ਸਾਡੇ ਇੱਥੇ ਇੱਕ ਸੇਵਾਦਾਰ ਏ, ਉਹ ਆ ਜਾਂਦਾ ਹੈ, ਜਦੋਂ ਮੇਰੀ ਵੀ ਬਾਂਹ ਫੜ ਲੈਂਦਾ ਹੈ। ਮੈਨੂੰ ਜੀ ਸਪਰੇਅ ਨਹੀਂ ਦਿੰਦੇ, ਮੈਨੂੰ ਖਾਦ ਨਹੀਂ ਦਿੰਦੇ, ਮੈਨੂੰ ਬੀਜ ਨਹੀਂ ਦਿੰਦੇ, ਐਵੇਂ ਕਲਪਨਾ ਕਰੀ ਜਾਂਦਾ ਹੈ, ਐਵੇਂ ਅੰਦਰ ਆਪਣੇ ਆਪ ਨੂੰ ਸਾੜੀ ਜਾਂਦਾ ਹੈ। ਵੀ ਗੁਰਮੁਖਾ ਤੂੰ ਕੀ ਲੈਣਾ ਹੈ, ਨਹੀਂ ਦਿੰਦੇ ਤੂੰ ਆਪਦੇ ਖੇਤ ਕੰਮ ਕਰਦਾ, ਨਾ ਆ ਇੱਥੇ। ਇਹ ਵਿਕਲਪ ਬਿਰਤੀ ਹੈ, ਮਨ ਦੇ ਵਿੱਚ ਦੁਖੀ ਹੋਈ ਜਾਣਾ। ਐਵੇਂ ਇਹਨਾਂ ਦੇ ਘਰੇ ਫਲਾਣਾ ਆਇਆ ਸੀ, ਕਿਵੇਂ ਆਇਆ ਸੀ, ਕੀ ਲੈਣ ਆਇਆ ਸੀ, ਇਹ ਬੜੇ ਕੀੜੇ ਮਾਰਦਾ ਤੇ ਮਾਰੀ ਜਾਵੇ, ਤੇਰੇ ਘਰ ਤਾਂ ਨਹੀਂ ਨਾ ਆਇਆ, ਕਿਸੇ ਦੇ ਘਰੇ ਆਇਆ। ਆਪੇ ਜਿੰਦੀਆਂ ਅੱਖਾਂ ਦੁਖਣਗੀਆਂ, ਉਸ ਦਵਾਈ ਪਾ ਲੇਗਾ ਜਾਂ ਪੱਟੀ ਬੰਨ੍ਹ ਲੇਗਾ, ਤੈਨੂੰ ਕੀ ਤਕਲੀਫ ਹੈ। ਇਹਦੇ ਬੜੇ ਪ੍ਰਮਾਣ ਨੇ, ਪਰ ਸਾਰੇ ਸਾਡੇ ਤੇ ਟੋਕਦੇ ਨੇ। ਇਹਨੂੰ ਕਹਿੰਦੇ ਨੇ ਵਿਕਲਪ ਬਿਰਤੀ। ਅੰਦਰ ਕਲਪਨਾ ਜਿਹੜੀ ਹੈ ਨਾ ਉਹ ਬਣੀ ਰਹਿਣੀ, ਤੇ ਉਸ ਕਲਪਨਾ ਦੇ ਨਾਲ ਆਪ ਆਪਣੇ ਆਪ ਨੂੰ ਐਵੇਂ ਦੁਖੀ ਕਰੀ ਜਾਣਾ। ਕਈ ਬਜ਼ੁਰਗ ਹੋ ਜਾਂਦੇ ਨੇ, ਉਹ ਬਜ਼ੁਰਗ ਆਪਣੇ ਪਰਿਵਾਰ ਤੋਂ ਹੀ ਦੁਖੀ ਹੋਈ ਰਹਿੰਦੇ ਨੇ। ਇਹ ਮੇਰੇ ਆਖੇ ਨਹੀਂ ਲੱਗਦਾ ਜੀ, ਇਹ ਹੁਣ
ਇਸ ਤਰ੍ਹਾਂ ਕਰਦੇ ਆ ਜੀ, ਸਾਡਾ ਸਮਾਂ ਇਸ ਤਰ੍ਹਾਂ ਦਾ ਸੀ, ਇਹ ਕੰਮ ਨਹੀਂ ਕਰਦੇ, ਇਹ ਆਹ ਨਹੀਂ ਕਰਦੇ। ਭਾਈ ਜਦੋਂ ਤੂੰ ਸਰੀਰ ਛੱਡ ਜਾਵੇਂਗਾ ਉਦੋਂ ਇਹਨਾਂ ਨੂੰ ਇਹ ਮੱਤ ਕੌਣ ਦੇਗਾ, ਕੌਣ ਸੰਭਾਲੇਗਾ? ਤੇ ਤੂੰ ਇਸ ਤਰ੍ਹਾਂ ਸਮਝਣਾ ਮੈਂ ਹੁਣੀ ਸਰੀਰ ਛੱਡ ਗਿਆ। ਸਿਵਿਆਂ ਦੇ ਵਿੱਚ ਤਾਂ ਆਪਣੀਆਂ ਲੱਤਾਂ ਨੇ, ਪਤਾ ਨਹੀਂ 2 ਸਾਲਾਂ 4 ਸਾਲਾਂ, ਤੇ ਆਪਾਂ ਕੀ ਲੈਣਾ? ਜੇ ਕਰਨਗੇ ਤਾਂ ਖਾ ਲੈਣਗੇ, ਨਹੀਂ ਤਾਂ ਆਪਦੀ ਮੌਜ ਕਰਨਗੇ। ਆਪਣਾ ਸਮਾਂ ਸੀ, ਆਪਾਂ ਘੁੱਟ ਦੱਬ ਕੇ ਨਿਭਾ ਲਈਏ। ਇਹ ਵਿਕਲਪ ਬਿਰਤੀ ਹੈ। ਇਸ ਤਰ੍ਹਾਂ ਦੀ ਬਿਰਤੀ ਵਾਲੇ ਮਨੁੱਖ ਨੇ ਜਿਹੜੇ, ਇਹ ਕਦੀ ਅੰਦਰ ਸੁਖੀ ਨਹੀਂ ਰਹਿ ਸਕਦੇ। ਇਹਨਾਂ ਦੇ ਅੰਦਰ ਕਲਪਨਾ ਦੁੱਖ ਜਿਹੜਾ ਬਣਿਆ ਰਹਿੰਦਾ, ਕਲਪਦੇ ਰਹਿੰਦੇ ਨੇ। ਕਲਪ ਦਾ ਅਰਥ ਹੁੰਦਾ ਕਲਪ, ਦੁਖੀ, ਕਲੇਸ਼, ਮਨ ਦੇ ਵਿੱਚ ਕਲੇਸ਼ ਬਣਿਆ ਰਹਿੰਦਾ ਹੈ। ਅੱਗੇ ਜਿਹੜੀ ਪੰਜਵੀਂ ਬਿਰਤੀ ਹੈ, ਉਹ ਬਿਰਤੀ ਨੂੰ ਕਹਿੰਦੇ ਨੇ ਸਿਮਰਤੀ ਬਿਰਤੀ। ਇਹ ਉਹ ਬਿਰਤੀ ਹੈ ਜਿੰਦੇ ਵਿੱਚ ਪਿਛਲੀ ਆਪਣੀ ਬੀਤੀ ਹੋਈ ਉਮਰ ਜਿਹੜੀ, ਉਹਦੀਆਂ ਗੱਲਾਂ ਯਾਦ ਆਉਣੀਆਂ ਰਹਿਣੀਆਂ। ਦੁੱਖ ਤੇ ਸੁੱਖ ਸਨ ਜਿਹੜੇ, ਉਹਨਾਂ ਨੂੰ ਯਾਦ ਕਰਦੇ ਰਹਿਣਾ। ਜੇ ਮੈਂ ਉਦੋਂ ਇਸ ਤਰ੍ਹਾਂ ਕਰ ਲੈਂਦਾ ਨਾ ਤੇ ਇਸ ਤਰ੍ਹਾਂ ਹੋ ਜਾਣਾ ਸੀ, ਭਈ ਉਦੋਂ ਕਰ ਲੈਂਦਾ ਤੇ ਹੋ ਜਾਣਾ ਸੀ। ਹੁਣ ਤਾਂ ਨਹੀਂ ਹੁੰਦਾ ਨਾ, ਹੁਣ ਨਾ ਤਾਂ ਤੂੰ ਕਰ ਸਕਦਾ ਤੇ ਨਾ ਹੀ ਹੋ ਸਕੇ। ਹੁਣ ਜਿਹੜਾ ਵਰਤਮਾਨ ਦੇ ਵਿੱਚ, ਹੁਣ ਸੰਭਲ ਕੇ ਤੁਰ। ਵਰਤਮਾਨ ਨਹੀਂ ਸੰਭਾਲਣਾ, ਪਿਛਲੇ ਸਮੇਂ ਦੇ ਵਿੱਚ ਜੋ ਆਪ ਦੇ ਨਾਲ ਬੀਤਿਆ ਹੈ ਨਾ, ਬਸ ਉਸੇ ਦੇ ਉੱਤੇ ਵਿਚਾਰ ਕਰੀ ਜਾਣੀ। ਸਦਾ ਭੂਤਕਾਲ ਦੇ ਵਿੱਚ ਹੀ ਜਿਉਣਾ, ਕਦੇ ਵੀ ਵਰਤਮਾਨ ਕਾਲ ਦੇ ਵਿੱਚ ਨਾ ਆਉਣਾ। ਇਸ ਨੂੰ ਕਹਿੰਦੇ ਨੇ ਸਿਮਰਤੀ ਬਿਰਤੀ। ਇਸ ਤਰ੍ਹਾਂ ਬਿਰਤੀਆਂ ਹੋਰ ਵੀ ਅਨੇਕ ਪ੍ਰਕਾਰ ਦੀਆਂ ਨੇ। ਇੱਕ ਮਾਇਕੀ ਬਿਰਤੀ ਹੁੰਦੀ ਹੈ, ਹਰ ਵਕਤ ਮਾਇਆ ਦਾ ਹੀ ਖਿਆਲ ਬਣਿਆ ਰਹਿਣਾ। ਇੱਧਰੋਂ ਵੀ ਆ ਜਾਵੇ, ਇੱਧਰੋਂ ਆਵੇ, ਕਿਵੇਂ ਆਵੇ। ਇਹ ਸਾਰੀਆਂ ਬਿਰਤੀਆਂ ਨੇ ਜਿਹੜੀਆਂ, ਇਹ ਖਤਮ ਹੋ ਕੇ ਤੇ ਸਤ ਬਚਨ ਵਾਲੀ ਬਿਰਤੀ ਬਣ ਜਾਂਦੀ ਹੈ ਜਦੋਂ ਮਨੁੱਖ ਨੂੰ ਸੱਚੇ ਸਤਿਗੁਰ ਦੀ ਪ੍ਰਾਪਤੀ ਹੋ ਜਾਂਦੀ ਹੈ। ਔਰ ਰੱਬ ਹੈ ਨਾ ਜਿਹੜਾ, ਉਹ ਮਨੁੱਖ ਦੇ ਆਣ ਕੇ ਸਿਰ ਤੇ ਨਹੀਂ ਬਹਿ ਜਾਂਦਾ। ਪਰਮਾਤਮਾ ਜਿਹੜਾ ਹੈ, ਉਹ ਉਸ ਦੇ ਨਾਲ ਨਹੀਂ ਤੁਰਨ ਲੱਗ ਜਾਂਦਾ, ਬਸ ਅੰਦਰੋਂ ਪਰਿਵਰਤਨ ਹੋ ਜਾਂਦਾ ਹੈ ਤੇ ਸਰੀਰ ਦੇ ਵਿੱਚ ਇੱਕ ਸਮਰੱਥਾ ਬਣ ਜਾਂਦੀ ਹੈ, ਸਾਰਾ ਕੁਝ ਸਹਾਰਨ ਦੀ, ਸਾਰਾ ਕੁਝ ਝੇਲਣ ਦੀ। ਇਸੇ ਦਾ ਨਾਮ ਹੀ ਪ੍ਰਾਪਤੀ ਹੈ। ਭਗਤ ਕਬੀਰ ਜੀ ਨੇ ਤਾਂ ਸਿੱਧਾ ਲਿਖ ਦਿੱਤਾ ਹੈ। ਭਗਤ ਕਬੀਰ ਜੀ ਕਹਿੰਦੇ, ਜਿਸ ਪਰਮਾਤਮਾ ਨੂੰ ਮੈਂ ਲੱਭਦਾ ਇਤਨੇ ਸਾਲ ਤੱਕ ਲੱਭਦਾ ਰਿਹਾ, ਤੇ ਕਹਿੰਦਾ ਜਦੋਂ ਲੱਭਿਆ ਨਾ, ਵੇਖਿਆ ਉਹ ਮੈਂ ਹੀ ਸੀ। ਭਗਤ ਕਬੀਰ ਜੀ ਨੇ ਸ਼ਲੋਕਾਂ ਦੇ ਅੰਦਰ ਦਰਜ ਕੀਤਾ ਵੀ ਜਦੋਂ ਲੱਭਦਾ ਮੈਨੂੰ ਲੱਭਿਆ ਨਾ, ਪਤਾ ਲੱਗਿਆ ਤੇ ਉਹ ਤਾਂ ਮੈਂ ਹੀ ਸੀ। ਮੈਂ ਤੋਂ ਭਾਵ ਵੀ ਮੈਂ ਸੀਗਾ। ਮੇਰਾ ਅੰਦਰੋਂ ਪਰਿਵਰਤਨ ਹੋ ਗਿਆ, ਮੇਰਾ ਅੰਦਰੋਂ ਤਬਦੀਲ ਹੋ ਗਿਆ। ਅੱਜ ਦੇ ਪਾਵਨ ਸ਼ਬਦ ਦਾ ਜੋ ਭਾਵ ਅਰਥ ਹੈ, ਉਹ ਇਹੀ ਹੈ ਕਿ ਮਨੁੱਖ ਜਿਹੜਾ, ਇਹਦਾ ਕਾਰਜ ਰਾਸ ਹੋ ਜਾਂਦਾ ਹੈ, ਇਹ ਅੰਦਰੋਂ ਬਦਲ ਜਾਂਦਾ ਹੈ, ਇਹਦੀ ਅੰਦਰੋਂ ਤਬਦੀਲੀ ਹੋ ਜਾਂਦੀ ਹੈ, ਅੰਦਰੋਂ ਇਹ ਸਤ ਬਚਨ ਵਾਲਾ ਹੋ ਜਾਂਦਾ ਹੈ। ਗੁਰੂ ਨੇ ਜੋ ਆਖਿਆ ਸੱਚੇ ਸਤ ਬਚਨ ਜੀ, ਜੋ ਹੋ ਰਿਹਾ ਹੈ ਪਰਮਾਤਮਾ ਦੁਆਰਾ, ਉਹ ਵੀ ਸਤ ਬਚਨ ਜੀ। ਇਹ ਕਿਸੇ ਗੱਲ ਤੇ ਕਿੰਤੂ ਪਰੰਤੂ ਨਹੀਂ ਕਰਦਾ, ਕੋਈ ਵੀ ਇਸ ਤਰ੍ਹਾਂ ਦੀ ਕਿਰਿਆ ਨਹੀਂ ਕਰਦਾ ਜਿਹੜੀ ਗੁਰੂ ਮਰਿਆਦਾ ਦੇ ਉਲਟ ਹੋਵੇ, ਜਾਂ ਜਿੰਦੇ ਵਿੱਚ ਤਰਕ ਜਾਂ ਕਿੰਤੂ ਹੋਵੇ, ਇਹ ਨਹੀਂ ਕਰਦਾ। ਤਾਂ ਹੀ ਤਾਂ ਗੁਰੂ ਮਹਾਰਾਜ ਜੀ ਨੇ, ਸੱਚੇ ਸਤਿਗੁਰ ਨੇ ਗੁਰਬਾਣੀ ਦੇ ਅੰਦਰ ਦਰਜ ਕਰ ਦਿੱਤਾ ਹੈ, ਪਹਿਲਾ ਮਰਨ ਕਬੂਲ ਕਰ। ਇਸੇ ਦਾ ਨਾਮ ਹੀ ਮਰ ਜਾਣਾ ਹੈ। ਵੀ ਪਹਿਲਾ ਮਰਨਾ ਕਬੂਲ ਕਰ ਲਾ, ਭਾਵ ਆਪਣੇ ਅੰਦਰ ਨੂੰ ਮਾਰਨਾ ਹੈ ਨਾ ਜਿਹੜਾ, ਉਹ ਸਿੱਖ ਲਾ, ਤੇ ਗੁਰੂ ਦੇ ਸ਼ਬਦ ਨੂੰ ਸੱਚ ਕਰਕੇ ਮੰਨਣਾ ਜਿਹੜਾ, ਇਹ ਸਿੱਖ ਲਾ। ਤਾਂ ਆਓ ਹਮਾਰੇ ਪਾਸ, ਤੇ ਫਿਰ ਸਾਡੇ ਕੋਲ ਆਵੀਂ ਭਾਈ, ਫਿਰ ਤੇਰਾ ਕਾਰਜ ਜਿਹੜਾ ਇਹ ਰਾਸ ਹੋਏਗਾ। ਸੋ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਪਾਰ ਬ੍ਰਹਮ ਪ੍ਰਪੈ ਕਿਰਪਾਲ। ਇਹ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਜੋ ਪਾਰਾਵਾਰ ਤੋਂ ਰਹਿਤ ਬ੍ਰਹਮ ਸਰੂਪ ਸਾਰਿਆਂ ਨੂੰ ਪ੍ਰਭਾਵਿਤ ਕਰਦਾ ਹੈ, ਇਹ ਉਹਦੀ ਕਿਰਪਾ ਰਹਿਮਤ ਬਣਦੀ ਹੈ ਜੀ। ਕਾਰਜ ਸਗਲ ਸਵਾਰੇ ਸਤਿਗੁਰ, ਜਪ ਜਪ ਸਾਧੂ ਭਏ ਨਿਹਾਲ। ਕਾਰਜ ਜਿਹੜੇ ਨੇ ਮਨੁੱਖ ਦੇ, ਇਹ ਦੁਨਿਆਵੀ ਕਾਰਜਾਂ ਦੀ ਜਿਹੜੀ ਗੱਲ ਹੈ, ਇਹ ਗੁਰਬਾਣੀ ਦੇ ਅੰਦਰ ਹੈ ਹੀ ਨਹੀਂ। ਮਨੁੱਖ ਦਾ ਜਿਹੜਾ ਕਾਰਜ ਹੈ ਨਾ, ਇਹ ਇਹੀ ਹੈ ਕਿ ਉਹ ਆਪਣੇ ਜੀਵਨ ਨੂੰ ਸਫਲ ਕਰ ਜਾਵੇ।
ਕਾਰਜ ਸਗਲ ਸਵਾਰੇ ਸਤਿਗੁਰੂ। ਜਿਤਨੇ ਪ੍ਰਕਾਰ ਦੇ ਵੀ ਉਸ ਪ੍ਰਭੂ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਲੇ ਕਾਰਜ ਸਨ, ਉਹ ਵਾਹਿਗੁਰੂ ਨੇ ਆਪ ਸਾਰੇ ਰਾਸ ਕਰ ਦਿੱਤੇ ਨੇ। ਅੰਦਰ ਦੀ ਤਬਦੀਲੀ, ਅੰਦਰੋਂ ਪਰਿਵਰਤਿਤ ਹੋ ਜਾਣਾ, ਸੱਚੇ ਸਤਿਗੁਰ ਦੀ ਕਿਰਪਾ ਰਹਿਮਤ ਦੇ ਨਾਲ ਸਰੀਰ ਦੇ ਵਿੱਚ ਸਮਰੱਥਾ ਆ ਜਾਣੀ ਉਸ ਦੇ ਭਾਣੇ ਨੂੰ ਮੰਨਣ ਦੀ, ਇਹ ਮਨੁੱਖਾ ਜੀਵਨ ਦੇ ਕਾਰਜ ਨੇ ਤੇ ਆਪ ਸੱਚੇ ਸਤਿਗੁਰ ਕਿਰਪਾ ਕਰਦੇ ਨੇ। ਇਹ ਕਾਰਜਾਂ ਨੂੰ ਰਾਸ ਕਰਦਾ, ਸਵਾਰਦਾ ਹੈ। ਜਪ ਜਪ ਸਾਧੂ ਭੈ ਨਿਹਾਲ। ਸਾਧੂ ਸਰੂਪ ਗੁਰੂ ਸਵਾਰੇ ਨੇ ਜਿਹੜੇ ਜਿਨ੍ਹਾਂ ਨੂੰ ਪ੍ਰਾਪਤੀ ਹੋ ਗਈ ਹੈ, ਜਿਨ੍ਹਾਂ ਤੇ ਸੱਚੇ ਸਤਿਗੁਰ ਦੀ ਕਿਰਪਾ ਹੋਈ ਹੈ। ਪਰਮਾਤਮਾ ਵਾਹਿਗੁਰੂ ਦਾ ਨਾਮ ਜਪਦੇ ਜਪਦੇ ਉਹ ਨਿਹਾਲ ਹੋ ਗਏ ਨੇ। ਨਿਹਾਲ ਦਾ ਅਰਥ ਹੈ ਕਰਤਾਰਥ ਹੋ ਜਾਣਾ। ਵਾਹਿਗੁਰੂ ਸੱਚੇ ਸਤਿਗੁਰ ਦੀ ਪ੍ਰਾਪਤੀ ਹੋ ਜਾਣੀ, ਜੀਵਨ ਦਾ ਸਫਲ ਹੋ ਜਾਣਾ। ਕਿਸੇ ਪ੍ਰਕਾਰ ਦੀ ਅੰਦਰ ਕੋਈ ਤਮੰਨਾ, ਵਾਸ਼ਨਾ, ਭਾਵਨਾ ਨਾ ਜਿਹੜੀ ਇਹ ਨਾ ਰਹਿਣੀ, ਇਹਨੂੰ ਆਖਦੇ ਨੇ ਨਿਹਾਲ। ਸੰਤੁਸ਼ਟੀ ਆ ਜਾਣੀ, ਸਬਰ ਸੰਤੋਖ ਵੱਜ ਜਾਣਾ ਜੀ। ਰਹਾਉ ਅੰਗੀਕਾਰ ਕੀਆ ਪ੍ਰਭ ਆਪਨੈ, ਦੋਖੀ ਸਗਲੇ ਭਏ ਰਵਾਲ। ਰਾਵਾਂ ਤੁਕਾਂ ਤੋਂ ਉਪਰੰਤ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ। ਅੰਗੀਕਾਰ ਦਾ ਅਰਥ ਹੁੰਦਾ ਪ੍ਰਵਾਨ ਕਰ ਲੈਣਾ, ਮਨਜ਼ੂਰ ਕਰ ਲੈਣਾ। ਕੀਆ ਪ੍ਰਭ ਆਪਣੇ, ਉਹ ਵਾਹਿਗੁਰੂ ਨੇ ਆਪ ਕਿਰਪਾ ਕੀਤੀ ਏ, ਸਾਨੂੰ ਪ੍ਰਵਾਨ ਕਰ ਲਏ। ਜਦੋਂ ਪ੍ਰਵਾਨ ਕਰੇਗਾ ਤੇ ਪਰਿਵਰਤਨ ਫੇਰੀ ਕਰੇਗਾ। ਜਾ ਕੇ ਸੋਨੇ ਨੂੰ ਹਾਰ ਪੜਾਓ ਵਾਹਿਗੁਰੂ ਜੀ, ਸੋਨੇ ਦਾ ਹਾਰ ਜਾ ਕੇ ਸੁਨਿਆਰੇ ਨੂੰ ਪੜਾ ਦਈਏ ਤੇ ਜੇ ਉਹਨੇ ਆਖਿਆ ਵੀ ਇਹ ਜਿਹੜਾ ਕੰਮ ਹੈ ਮੇਰੇ ਤੋਂ ਹੋ ਹੀ ਨਹੀਂ ਸਕਦਾ, ਤੇ ਫਿਰ ਕਿਵੇਂ, ਮੈਂ ਕਰਨਾ ਹੀ ਨਹੀਂ, ਮੈਨੂੰ ਇਹ ਜਿਹੜਾ ਤੂੰ ਹਾਰ ਲੈ ਕੇ ਆਇਆ ਹੈ ਇਹ ਤੋੜਨਾ ਚੰਗਾ ਹੀ ਨਹੀਂ ਲੱਗਦਾ, ਜਾਂ ਇਹਦੇ 'ਚ ਮਿਲਾਵਟ ਜ਼ਿਆਦੀ ਹੈ, ਮੈਂ ਇਸ ਨੂੰ ਬਣਾ ਨਹੀਂ ਸਕਦਾ, ਤੇ ਫਿਰ ਇਹ ਬਦਲੇਗਾ ਨਹੀਂ। ਇਹ ਸੋਨੇ ਦਾ ਹਾਰ ਹੈ ਜਿਹੜਾ ਹਾਰ ਹੀ ਰਹੇਗਾ, ਇਹਦਾ ਉਹ ਕੜਾ ਨਹੀਂ ਬਣਾ ਕੇ ਦੇਵੇਗਾ। ਵਾਹਿਗੁਰੂ ਸਾਨੂੰ ਪ੍ਰਵਾਨ ਕਰੇਗਾ। ਅੰਗੀਕਾਰ ਕੀਆ ਪ੍ਰਭ ਆਪਣੇ, ਉਹਨੇ ਸਾਨੂੰ ਅੰਗੀਕਾਰ ਕਰਨਾ ਹੈ, ਉਹਨੇ ਸਾਡੇ ਤੇ ਰਹਿਮਤ ਕਰਨੀ ਹੈ, ਕਿਰਪਾ ਕਰਨੀ ਹੈ। ਜਦੋਂ ਉਹਨੇ ਸਾਨੂੰ ਅੰਗੀਕਾਰ ਕਰ ਲਿਆ, ਉਸਨੇ ਪ੍ਰਵਾਨ ਕਰ ਲਿਆ। ਦੋਖੀ ਸਗਲੇ ਭੈਰਵਾਲ, ਤੇ ਜਿਤਨੇ ਵੀ ਦੋਖੀ ਨੇ, ਦੋਖੀ ਦਾ ਅਰਥ ਹੁੰਦਾ ਦੁਖੀ ਕਰਨ ਵਾਲਾ। ਇਸ ਮਾਰਗ ਤੇ ਚੱਲਦਿਆਂ ਨੂੰ ਦੁਖੀ ਕੌਣ ਕਰਦਾ? ਮੇਰੇ ਕੋਲ ਵੀ ਕਈ ਆ ਜਾਂਦੇ ਨੇ ਤੇ ਆਣ ਕੇ ਸਵਾਲ ਖੜਾ ਕਰ ਦਿੰਦੇ ਨੇ। ਸਭ ਤੋਂ ਜ਼ਿਆਦਾ ਆਉਂਦਾ ਇੱਥੇ ਥਰਮਲ ਪਲਾਂਟ ਦੇ ਵਿੱਚ ਨਾ, ਉਹ ਲੱਗਿਆ ਹੋਇਆ ਹੈ ਗੁਰਮੁਖ ਪਿਆਰਾ, ਸੰਥਿਆ ਵੀ ਉਹਨੇ ਕਰਵਾਈਏ, ਪਰ ਉਹਦੀ ਜਿਹੜੀ ਅੰਦਰ ਦੀ ਬਿਰਤੀ ਹੈ ਨਾ, ਉਹ ਕੁਝ ਹੋਰ ਖਿਆਲ ਦੀ ਹੈ। ਇੱਕ ਵਾਰੀ ਉਹਨੇ ਸਵਾਲ ਕਰ ਦਿੱਤਾ ਮੈਨੂੰ, ਕਹਿੰਦਾ ਜੀ ਆਪਾਂ ਨੂੰ ਜੋਤ ਲਾਣੀ ਚਾਹੀਦੀ ਹੈ ਕਿ ਨਹੀਂ ਲਾਣੀ ਚਾਹੀਦੀ? ਮੈਂ ਕਿਹਾ ਭਾਈ ਨਾ ਤਾਂ ਮੈਂ ਲਾਉਣ ਵਾਲਿਆਂ 'ਚ ਤੇ ਨਾ ਹੀ ਹਟਾਉਣ ਵਾਲਿਆਂ 'ਚ। ਕਹਿੰਦਾ ਨਹੀਂ ਜੀ ਫਿਰ ਵੀ ਤੁਹਾਡਾ ਕੀ ਖਿਆਲ ਹੈ? ਮੈਂ ਕਿਹਾ ਮੈਂ ਮੇਰਾ ਹੀ ਖਿਆਲ ਦੱਸੀ ਜਾਂਦਾ ਤੈਨੂੰ, ਮੈਂ ਆਪ ਦਾ ਹੀ ਜਿਹੜਾ ਸੁਭਾਅ ਹੈ, ਆਦਤ ਹੈ, ਤੈਨੂੰ ਦੱਸੀ ਜਾਂਦਾ। ਮੈਂ ਆਪਦੀ ਬਿਰਤੀ ਦੀ ਗੱਲ ਕਰਦਾ ਵੀ ਮੇਰੀ ਬਿਰਤੀ ਤਾਂ ਨਾ ਲਾਉਣ ਵਾਲਿਆਂ 'ਚ ਤੇ ਨਾ ਹਟਾਉਣ ਵਾਲਿਆਂ ਦੇ ਵਿੱਚ। ਜੇ ਤੂੰ ਲਾਣਾ ਤੇ ਲਾਈ ਜਾ, ਜੇ ਨਹੀਂ ਲਾਂਦਾ ਤੇ ਫਿਰ ਨਾ ਲਾ, ਮੈਂ ਤੈਨੂੰ ਕਦੋਂ ਕਹਿਣਾ ਤੂੰ ਲਾ। ਸੋ ਇਹਦਾ ਮਤਲਬ ਇਹ ਸੀ ਵੀ ਜੇ ਇਹਨਾਂ ਨੇ ਆਖਿਆ ਵੀ ਲਾਉਣੀ ਚਾਹੀਦੀ ਤੇ ਮੈਂ ਫਿਰ ਅੱਗੇ ਸਬੂਤ ਮੰਗਾਂਗਾ। ਮੈਂ ਆਖਾਂਗਾ ਦੱਸੋ ਮੈਨੂੰ ਇਹਦਾ ਲਾਉਣ ਦਾ ਲਾਹਾ ਕੀ ਹੁੰਦਾ ਹੈ, ਇਹਦਾ ਫਾਇਦਾ ਕੀ ਹੈ? ਇਹ ਬੜੇ ਪ੍ਰਮਾਣ ਦਿੰਦੇ ਨੇ। ਫਿਰ ਅਨੇਕ ਪ੍ਰਕਾਰ ਦੇ ਜਿਹੜੇ ਦ੍ਰਿਸ਼ਟਾਂਤ ਨੇ ਨਾ, ਉਹ ਕੁਝ ਮਨ ਘੜਤ ਨੇ, ਕੁਝ ਇੱਧਰ ਉੱਧਰੋਂ ਇਕੱਠੇ ਕਰ ਲੈਂਦੇ ਨੇ। ਫਿਰ ਜਦੋਂ ਇਹਨਾਂ ਦੀ ਵਾਹ ਪੇਸ਼ ਨਹੀਂ ਨਾ ਜਾਂਦੀ, ਫਿਰ ਆਖਦੇ ਨੇ ਜੀ ਇਹ ਤਾਂ ਬ੍ਰਾਹਮਣਵਾਦ ਦੀ ਕਿਰਿਆ ਹੈ, ਉਹਨਾਂ ਦਾ ਕੰਮ ਹੈ। ਫਿਰ ਇੱਧਰਲੇ ਪਾਸੇ ਸਾਨੂੰ ਸੱਟ ਦਿੰਦੇ ਨੇ। ਸੋ ਇਸ ਤਰ੍ਹਾਂ ਦੇ ਮਨੁੱਖ ਨੇ ਜਿਹੜੇ, ਉਹਨਾਂ ਦੀ ਜਿਹੜੀ ਅੰਦਰ ਦੀ ਬਿਰਤੀ ਹੈ ਉਹ ਪ੍ਰਮਾਣ ਬਿਰਤੀ, ਇਹਨਾਂ ਨੂੰ ਸਬੂਤ ਚਾਹੀਦਾ ਹੈ। ਆ ਕਈ ਕਿੰਤੂ ਪਰੰਤੂ ਕਰਦੇ ਨੇ। ਨਿਸ਼ਾਨ ਸਾਹਿਬ ਹੈ ਜਿਹੜਾ, ਇਹਨੂੰ ਮੱਥਾ ਨਹੀਂ ਟੇਕਣਾ ਚਾਹੀਦਾ, ਬੜਾ ਕਿੰਤੂ ਪਰੰਤੂ ਕਰਦੇ ਨੇ। ਹੁਣ ਜੇ ਵੈਸੇ ਆਪਾਂ ਨੂੰ ਜਿੱਦਣਾ ਨਹੀਂ ਚਾਹੀਦਾ, ਜੇ ਕੋਈ ਟੇਕਦਾ ਤੇ ਟੇਕੀ ਜਾਵੇ, ਜੇ ਨਹੀਂ ਟੇਕਦਾ ਤੇ ਨਾ ਟੇਕੇ। ਆਪਾਂ ਕੀ ਲੈਣਾ ਹੈ? ਉਹਦਾ ਜੀਵਨ ਹੈ, ਉਹ ਵਿਅਕਤੀਗਤ ਜੀਵਨ ਦੇ ਨਾਲ ਜਿਵੇਂ ਮਰਜ਼ੀ ਜਿਉਵੇਂ। ਪਰ ਆਪਾਂ ਇੱਕ ਸਵਾਲ ਕਰ ਸਕਦੇ ਹਾਂ ਬਈ, ਜਦੋਂ ਪੁਲਿਸ ਲਾਈਨ ਦੇ ਵਿੱਚ ਹਰ ਰੋਜ਼ ਝੰਡਾ ਚੜਾਇਆ ਜਾਂਦਾ ਹੈ ਦੇਸ਼ ਦਾ, ਜਦੋਂ ਝੰਡਾ ਚੜਾਉਂਦੇ ਨੇ ਉਹਨੂੰ ਸਲੂਟ ਮਾਰਦੇ ਨੇ। ਸਲੂਟ ਦਾ ਅਰਥ ਵੀ ਨਮਸਕਾਰ ਕਰਨੀ ਹੁੰਦੀ ਹੈ।
ਤੇ ਭਾਈ ਉਹ ਦੇਸ਼ ਦੇ ਝੰਡੇ ਨੂੰ ਸਲੂਟ ਮਾਰਦੇ ਨੇ, ਤੇ ਅਸੀਂ ਗੁਰੂ ਮਹਾਰਾਜ ਜੀ ਦੁਆਰਾ ਦਿੱਤੇ ਹੋਏ ਚਿੰਨ੍ਹ ਨੂੰ ਨਹੀਂ ਸਲੂਟ ਮਾਰ ਸਕਦੇ, ਨਮਸਕਾਰਾਂ ਕਰ ਸਕਦੇ। ਪਰ ਇਹ ਹੁਣ ਬਿਰਤੀ ਹੈ ਜਿਹੜੀ, ਇਹ ਵਿਪਰਜੇ ਬਿਰਤੀ ਹੈ, ਉਲਟ ਚੱਲਣਾ ਹੈ। ਜੋ ਤੁਸੀਂ ਕਰ ਰਹੇ ਹੋ ਨਾ ਉਹ ਨਹੀਂ ਕਰਨਾ, ਉਹਦੇ ਬਿਲਕੁਲ ਉਲਟ ਕਰਨਾ ਹੈ। ਅੰਗੀਕਾਰ ਕੀਆ ਪ੍ਰਭ ਆਪਣੇ, ਇਹ ਵਾਹਿਗੁਰੂ ਜਦੋਂ ਕਿਰਪਾ ਕਰਦਾ ਹੈ, ਰਹਿਮਤ ਕਰਦਾ ਹੈ, ਅੰਦਰ ਸੋਝੀ ਦੇ ਦਿੰਦਾ ਹੈ, ਅੰਦਰ ਗਿਆਨ ਦੇ ਦਿੰਦਾ ਹੈ, ਅੰਦਰੋਂ ਪਰਿਵਰਤਨ ਹੋ ਜੀਦਾ ਨਾ, ਇਹੀ ਉਸ ਦੀ ਕਿਰਪਾ ਰਹਿਮਤ ਤੇ ਹੋਏਗੀ। ਤਾਂ ਜੇ ਉਹ ਅੰਗੀਕਾਰ ਕਰੇਗਾ ਤਾਂ ਦੁਖੀ ਸਗਲੇ ਭੈਰਵਾਲ, ਤੇ ਇਸ ਤਰ੍ਹਾਂ ਦੇ ਜਿਹੜੇ ਦੁੱਖ ਖੜੇ ਕਰਨ ਵਾਲੇ ਨੇ ਨਾ, ਦੁੱਖ ਦੇਣ ਵਾਲੇ ਨੇ, ਉਹ ਸਾਰੇ ਦੇ ਸਾਰੇ ਇੱਥੇ ਰਵਾਲ ਦਾ ਅਰਥ ਮਿੱਟੀਏ ਖਾ ਕੇ। ਵੈਸੇ ਰਵਾਲ ਦਾ ਅਰਥ ਗੁਰੂ ਚਰਨਾਂ ਦੀ ਧੂੜ ਵੀ ਹੁੰਦਾ ਹੈ, ਪਰ ਇੱਥੇ ਦੋਖੀ ਦੇ ਨਾਲ ਜੁੜ ਗਈ ਹੈ। ਜਦੋਂ ਇਸ ਤਰ੍ਹਾਂ ਸ਼ਬਦ ਦੇ ਨਾਲ ਸ਼ਬਦ ਜੁੜ ਜਾਵੇ ਤੇ ਫਿਰ ਉਹਦੇ ਅਰਥ ਦੇ ਵਿੱਚ ਪਰਿਵਰਤਨ ਹੋ ਜਾਂਦਾ ਹੈ। ਪ੍ਰਭ ਆਪਣੇ, ਉਸ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਸਾਨੂੰ ਅੰਗੀਕਾਰ ਕਰ ਲਿਆ, ਸਾਡੀ ਬੰਦਗੀ ਨੂੰ, ਸਾਡੇ ਸਿਮਰਨ ਨੂੰ, ਸਾਡੀ ਸੇਵਾ ਨੂੰ ਉਹਨੇ ਪ੍ਰਵਾਨ ਕਰ ਲਿਆ ਹੈ। ਜਦੋਂ ਉਹਨੇ ਪ੍ਰਵਾਨ ਕਰ ਲਿਆ, ਦੁਖੀ ਸਗਲੇ ਭੈਰਵਾਲ, ਜਿਹੜੇ ਸਾਨੂੰ ਦੁੱਖ ਦੇਣ ਵਾਲੇ ਸਨ, ਭਾਵ ਨੁਕਤਾਚੀਨੀ ਕਰਨ ਵਾਲੇ ਸਨ, ਨਗੋਚਾਂ ਕੱਢਣ ਵਾਲੇ ਸਨ, ਟੌਰਚ ਕਰਨ ਵਾਲੇ ਸਨ, ਉਹ ਸਾਰੇ ਜਿਹੜੇ ਨੇ ਨਾ ਉਹ ਸੁਆਹ ਹੋ ਗਏ ਨੇ। ਕਿਉਂ ਸੁਆਹ ਹੋ ਗਏ ਨੇ? ਉਹਨਾਂ ਦਾ ਕੰਮ ਸੀ ਨੁਕਤਾਚੀਨੀ ਕਰਨੀ, ਨਗੋਚਾਂ ਕਰਨੀਆਂ, ਵਹਿਤਾਂ ਕਰਨੀਆਂ, ਮਿਹਨਤ ਨਹੀਂ ਕਰਨੀ, ਸਿਮਰਨ ਨਹੀਂ ਕਰਨਾ, ਸੇਵਾ ਨਹੀਂ ਕਰਨੀ। ਤੇ ਕੇਵਲ ਤੇ ਕੇਵਲ ਜਿਹੜੇ ਕਰ ਰਹੇ ਨੇ ਨਾ, ਉਹਨਾਂ ਦੇ ਵਿੱਚ ਦੋਸ਼ ਕੱਢਣੇ, ਉਹਨਾਂ ਨੂੰ ਟੌਰਚ ਕਰਨਾ, ਉਹਨਾਂ ਨੂੰ ਦੁਖੀ ਕਰਨਾ। ਇਸ ਤਰ੍ਹਾਂ ਜਦੋਂ ਪ੍ਰਾਪਤੀ ਹੋ ਜਾਂਦੀ ਹੈ, ਉਦੋਂ ਸੱਚੇ ਸਤਿਗੁਰ ਦੀ ਕਿਰਪਾ ਦੇ ਨਾਲ ਇਸ ਤਰ੍ਹਾਂ ਦੇ ਜਿਹੜੇ ਦੋਖੀ ਨੇ ਇਹ ਫਿਰ ਖੇ ਬਣ ਜਾਂਦੇ ਹਨ। ਕੰਠ ਲਾਏ ਰਾਖੇ ਜਨ ਆਪਣੇ, ਉਦਰ ਲੀਏ ਲਾਏ ਆਪਣਾ ਪਾਲ। ਕੰਠ ਦਾ ਅਰਥ ਗਲ ਹੁੰਦਾ ਹੈ। ਇੱਥੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਸੱਚੇ ਸਤਿਗੁਰ ਨੇ ਕਿਰਪਾ ਕੀਤੀ, ਸਾਨੂੰ ਨਾ ਗਲ ਦੇ ਨਾਲ ਲਾ ਕੇ ਰੱਖ ਲਿਆ। ਗਲ ਦੇ ਨਾਲ ਰੱਖਣਾ ਕੀ ਹੈ? ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਜਦੋਂ ਨਾਮ ਜਪਿਆ ਜਾਵੇ ਨਾ, ਤੇ ਫਿਰ ਗੁਰੂ ਦੀ ਬੜੀ ਵੱਡੀ ਬਖਸ਼ਿਸ਼, ਰਹਿਮਤ, ਕਿਰਪਾ ਹੁੰਦੀ ਹੈ। ਭਗਤ ਜੀ ਨੇ ਗੁਰਬਾਣੀ ਦੇ ਅੰਦਰ ਬੜਾ ਸੁੰਦਰ ਸ਼ਬਦ ਦਰਜ ਕੀਤਾ ਹੈ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ। ਭਗਤ ਜੀ ਕਹਿੰਦੇ ਨੇ ਮੈਨੂੰ ਆਹ ਸੋਚ ਹੈ ਨਾ ਜਿਹੜੀ, ਇਹ ਦਿਨ ਤੇ ਰਾਤ ਖਾਈ ਜਾਂਦੀ। ਕਿਹੜੀ? ਕਿ ਸੰਗਤ ਹੈ ਜਿਹੜੀ, ਇਹ ਪੋਚ ਕਹਿੰਦੇ ਨੇ ਮਲੀਨਤਾਈ ਵਾਲੇ, ਜਿਨ੍ਹਾਂ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੋਵੇ। ਪਰਮਾਤਮਾ ਨੂੰ ਨਾ ਮੰਨਣ ਵਾਲੇ, ਨਾਮ ਨਾ ਜਪਣ ਵਾਲੇ, ਇਹਨਾਂ ਸਾਰਿਆਂ ਨੂੰ, ਗੁਨਾਹਾਂ ਨੂੰ, ਦੋਸ਼ਾਂ ਨੂੰ ਪੋਚ ਆਖਦੇ ਨੇ। ਭਗਤ ਜੀ ਕਹਿੰਦੇ ਨੇ ਮੈਨੂੰ ਦਿਨ ਤੇ ਰਾਤ ਇਹ ਸੋਚ ਖਾਈ ਜਾਂਦੀ ਏ, ਮੇਰੀ ਸੰਗਤ ਪੋਚ, ਮੇਰੀ ਇਸ ਤਰ੍ਹਾਂ ਦੇ ਲੋਕਾਂ ਦੇ ਨਾਲ ਸੰਗਤ ਏ ਜਿਨ੍ਹਾਂ ਦੇ ਅੰਦਰ ਵਕਾਰ ਹੀ ਵਕਾਰ, ਬੁਰਾਈਆਂ ਨੇ, ਨੁਕਤਾਚੀਨੀ ਨੇ। ਇਹ ਸੋਚ ਮੈਨੂੰ ਦਿਨ ਤੇ ਰਾਤ ਖਾਈ ਜਾਂਦੀ ਏ। ਪਰ ਜਦੋਂ ਗੁਰੂ ਕਿਰਪਾ ਕਰਦਾ ਹੈ, ਕੰਠ ਰੱਖ ਕੇ ਜਨ ਆਪਣੇ ਦਾਸ ਨੂੰ ਆਪ ਆਪਣੇ ਗਲ ਦੇ ਨਾਲ ਲਾ ਕੇ ਰੱਖ ਲੈਂਦਾ ਹੈ। ਉਧਰ ਲੀਏ ਲਾਏ ਆਪਣੇ ਪਾਲ, ਉਧਰ ਦਾ ਅਰਥ ਹੈ ਭਲਾ ਹੋ ਜਾਣਾ, ਉਧਾਰ ਤੋਂ ਬਣਿਆ ਹੈ। ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਸਾਡਾ ਭਲਾ ਕਰ ਦਿੱਤਾ ਹੈ। ਆਪਣੇ ਪਾਲ, ਆਪਣੇ ਕਰਕੇ ਪਾਲਣਾ ਕਰ ਲਈ। ਉਧਰ ਲੀਏ ਲਾਏ ਆਪਣੇ ਪਾਲ, ਪਾਲ ਦਾ ਅਰਥ ਪੱਲਾ ਵੀ ਹੈ। ਉਸ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਸਾਨੂੰ ਆਪਣੇ ਪੱਲੇ ਦੇ ਨਾਲ ਬੰਨ੍ਹ ਲਿਆ। ਜਿਹੜੀ ਚੀਜ਼ ਹੁਣ ਪੱਲੇ ਦੇ ਨਾਲ ਵੱਜ ਜਾਵੇ ਨਾ, ਉਹ ਫਿਰ ਹੁਣ ਪੱਲੇ ਦੇ ਨਾਲ ਵੱਜੀ ਹੋਈ ਉਸ ਦੇ ਨਾਲ ਹੀ ਜਾਏਗੀ ਜਿਸ ਦਾ ਉਹ ਪੱਲਾ ਹੈ। ਪੱਲੇ ਦੇ ਨਾਲ ਵੱਜੀ ਚੀਜ਼ ਉਦੋਂ ਤੱਕ ਡਿੱਗਦੀ ਨਹੀਂ ਜਦੋਂ ਤੱਕ ਅਸੀਂ ਆਪ ਨਹੀਂ ਉਹਨੂੰ ਖੋਲ੍ਹਦੇ। ਉਧਰ ਲੀਏ ਲਾਏ ਆਪਣੇ ਪਾਲ, ਉਹ ਸੱਚੇ ਸਤਿਗੁਰ ਨੇ ਆਪਣੇ ਪੱਲੇ ਬੰਨ੍ਹ ਕੇ ਸਾਨੂੰ, ਸਾਡੇ ਤੇ ਕਿਰਪਾ ਕੀਤੀ ਹੈ, ਸਾਨੂੰ ਉਧਾਰ ਲਿਆ ਹੈ ਜੀ। ਸਹੀ ਸਲਾਮਤ ਮਿਲ ਘਰ ਆਏ, ਨਿੰਦਕ ਕੇ ਮੁਖ ਹੋਏ ਕਾਲ। ਸਹੀ ਸਲਾਮਤ ਸ਼ਬਦ ਜਿਹੜਾ ਇਹ ਉਦੋਂ ਵਰਤਿਆ ਜਾਂਦਾ ਹੈ ਜਦੋਂ ਕੋਈ ਵੀ ਕਿਸੇ ਪ੍ਰਕਾਰ ਦਾ ਵਿਘਨ ਨਾ ਬਣੇ ਤੇ ਸਭ ਕੁਝ ਠੀਕ ਠਾਕ ਹੋ ਕੇ ਅਸੀਂ ਆਪਣੇ ਘਰ ਆ ਜਾਈਏ। ਹੁਣ ਸਾਡਾ ਘਰ ਹੈ ਜਿਹੜਾ, ਇਹ ਨਹੀਂ, ਇਹ ਦੁਨਿਆਵੀ ਘਰ ਨੇ। ਸਾਡਾ ਘਰ ਹੈ ਜਿਹੜਾ ਉਹ ਬੈਕੁੰਠ ਹੈ, ਸੱਚਖੰਡ ਦੇ ਵਿੱਚ ਵਸ ਹੈ, ਉਹ ਘਰ ਦੀ ਗੱਲ ਹੈ। ਕਿਉਂਕਿ ਇਹ ਸ਼ਬਦ ਜਿਹੜਾ ਇਹ ਪ੍ਰਾਪਤੀ ਭਾਵ ਵਾਲਾ ਹੈ। ਜਦੋਂ ਸੱਚੇ ਸਤਿਗੁਰ ਦੀ ਪ੍ਰਾਪਤੀ ਹੋ ਗਈ ਹੈ, ਰਹਿਮਤ ਹੋ ਗਈ ਹੈ। ਭਗਤ ਕਬੀਰ ਜੀ ਦੇ ਇੱਕ
ਦੂਜੀ ਪੀੜ੍ਹੀ ਦੇ ਵਿੱਚ, ਜਾਂ ਇਸ ਤਰ੍ਹਾਂ ਕਹਿ ਲਓ ਭਗਤ ਕਬੀਰ ਜੀ ਤੋਂ ਬਾਅਦ ਭਗਤ ਕਬੀਰ ਜੀ ਦੇ ਗੱਦੀ ਤੇ ਬੈਠਣ ਵਾਲੇ ਹੋਏ ਸਨ ਧਨੀ ਰਾਮ। ਇਹ ਜੋ ਧਨੀ ਰਾਮ ਹੈ, ਇਹਨੇ ਇੱਕ ਬੜਾ ਸੁੰਦਰ ਦੋਹਰਾ ਲਿਖਿਆ ਹੈ। ਇਹ ਲਿਖਦਾ ਹੈ, ਬੜੇ ਯਤਨ ਸੇ ਓਢੀ ਕਾਂਬਰੀਆ। ਇਹ ਕਹਿੰਦਾ ਹੈ ਬੜਾ ਯਤਨ ਕਰਕੇ ਨਾ ਇਹ ਸਰੀਰ ਰੂਪੀ ਜਿਹੜੀ ਕੰਬਲੀ ਹੈ ਨਾ, ਇਹ ਰੱਬ ਤੋਂ ਲਈ ਹੈ ਮੈਂ। ਬੜੇ ਯਤਨ ਸੇ ਓਢੀ ਕਾਂਬਰੀਆ, ਜਿਉਂ ਕਿ ਤਿਉਂ ਦਰਦੀ ਚਦਰੀਆ। ਤੇ ਜਿਵੇਂ ਲਈ ਸੀ ਨਾ ਉਵੇਂ ਦੀ ਉਵੇਂ ਧਰ ਦਿੱਤੀ ਹੈ, ਭਾਵ ਮੈਲੀ ਨਹੀਂ ਹੋਣ ਦਿੱਤੀ। ਬੜੇ ਯਤਨ ਸੇ ਓਢੀ ਕਾਂਬਰੀਆ। ਭਗਤ ਧਨੀ ਰਾਮ ਜੀ ਜੋ ਭਗਤ ਕਬੀਰ ਜੀ ਤੋਂ ਬਾਅਦ ਉਹਨਾਂ ਦੀ ਗੱਦੀ ਤੇ ਬੈਠੇ ਨੇ, ਉਹਨਾਂ ਨੇ ਇਹ ਦੋਹਰਾ ਲਿਖਿਆ। ਕਹਿੰਦੇ ਉਸ ਵਾਹਿਗੁਰੂ ਤੋਂ ਇਹ ਸਰੀਰ ਰੂਪ ਜਿਹੜੀ ਚਦਰੀ ਹੈ ਨਾ, ਕੰਬਲੀ ਹੈ ਜਿਹੜੀ, ਇਹ ਬੜੇ ਯਤਨ ਦੇ ਨਾਲ ਲਈ ਹੈ, ਐਵੇਂ ਨਹੀਂ ਮਿਲਦੀ। ਗੁਰ ਕਿਰਪਾ ਤੇ ਭਗਤ ਕਮਾਈ ਤਾਬੇ ਮਾਨਸ ਦੇਹੀ ਪਈ। ਸਰੀਰ ਐਵੇਂ ਨਹੀਂ ਮਿਲਦਾ। ਗੁਰਬਾਣੀ ਵੀ ਇਸ ਗੱਲ ਦੇ ਨਾਲ ਸਹਿਮਤ ਹੈ। ਗੁਰ ਕਿਰਪਾ ਤੇ ਭਗਤ ਕਮਾਈ, ਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਨੇ ਭਗਤੀ ਕੀਤੀ ਹੈ, ਕਮਾਈ ਕੀਤੀ ਹੈ, ਤਾਬੇ ਮਾਨਸ ਦੇਹੀ ਪਈ। ਤੇ ਫਿਰ ਇਹ ਪ੍ਰਭੂ ਪਰਮਾਤਮਾ ਦੀ ਰਹਿਮਤ ਦੇ ਨਾਲ ਇਹ ਮਨੁੱਖਾ ਸਰੀਰ ਹੈ ਜਿਹੜਾ ਇਹ ਸਾਨੂੰ ਮਿਲਿਆ ਜੇ। ਇਹ ਲਿਖਦਾ ਇਸ ਤਰ੍ਹਾਂ ਬੜਾ ਯਤਨ ਕੀਤਾ ਤੇ ਫਿਰ ਇਹ ਸਰੀਰ ਹੈ ਜਿਹੜਾ ਇਹ ਸਾਨੂੰ ਮਿਲਿਆ ਹੈ। ਜਿਉਂ ਕਿ ਤਿਉਂ ਧਰਤੀ ਚਦਰੀਆ। ਤੇ ਜਿਵੇਂ ਅਸੀਂ ਲਈ ਸੀ ਨਾ ਉਵੇਂ ਦੀ ਉਵੇਂ ਰੱਖ ਦਿੱਤੀ, ਭਾਵ ਮੈਲੀ ਨਹੀਂ ਹੋਣ ਦਿੱਤੀ। ਤੇ ਬਾਬਾ ਫਰੀਦ ਜੀ ਨੇ ਜਿਹੜੇ ਉਹ ਇਸ ਤਰ੍ਹਾਂ ਆਪਣੇ ਸ਼ਲੋਕਾਂ ਦੇ ਅੰਦਰ ਦਰਜ ਕਰਦੇ ਨੇ, ਜੈਸੀ ਉਪਜੀ ਪੇਟ ਤੇ। ਭਾਈ ਜਦੋਂ ਜਨਮ ਲਿਆ ਸੀ ਨਾ, ਉਦੋਂ ਜਿਸ ਤਰ੍ਹਾਂ ਅੰਦਰ ਮਨ ਇਹਨਾਂ ਜਿਹੜਾ ਇਹ ਪਵਿੱਤਰ ਸੀ, ਨਾ ਕਾਮ ਸੀ, ਨਾ ਕ੍ਰੋਧ ਸੀ, ਨਾ ਲੋਭ ਸੀ, ਨਾ ਮੋਹ ਸੀ, ਨਾ ਹੰਕਾਰ ਸੀ। ਬੱਚੇ ਪਿਆਰੇ ਕਿਉਂ ਲੱਗਦੇ ਨੇ? ਇਸ ਕਰਕੇ ਲੱਗਦੇ ਨੇ ਇਹਨਾਂ ਦੇ ਅੰਦਰ ਅਜੇ ਇਹ ਵਕਾਰ ਨਹੀਂ ਆਏ ਹੁੰਦੇ। ਜੈਸੀ ਉਪਜੀ ਪੇੜ ਤੇ ਤੈਸੀ ਹੀ ਨਿਭੈ ਓੜ। ਭਗਤ ਜੀ ਕਹਿੰਦੇ ਨੇ ਜਦੋਂ ਜਨਮ ਲਿਆ ਹੈ ਨਾ, ਉਦੋਂ ਜਿਵੇਂ ਮਨ ਦੀ ਬਿਰਤੀ ਬਿਲਕੁਲ ਸ਼ੁੱਧ ਪਵਿੱਤਰ ਸੀ, ਉਸ ਤਰ੍ਹਾਂ ਜੇ ਬੁਢੇਪੇ ਤੱਕ ਲੰਘ ਜਾਵੇ। ਹੀਰਾ ਕਿਸ ਕਾ ਵਾਪਰਾ। ਫਿਰ ਅੱਗੇ ਕਹਿੰਦੇ ਨੇ ਹੀਰਾ ਤੇ ਚੀਜ਼ ਹੀ ਕੁਝ ਨਹੀਂ, ਪੂਜੇ ਨਾ ਰਤਨ ਕਰੋੜ। ਇਸ ਪ੍ਰਾਣੀ ਦੇ ਇਸ ਉੱਚੇ ਤੇ ਸੁੱਚੇ ਜੀਵਨ ਦੀ ਜਿਹੜੀ ਕੀਮਤ ਹੈ ਨਾ, ਕਰੋੜਾਂ ਰਤਨ ਇਕੱਠੇ ਕਰ ਲਈਏ ਤੇ ਫਿਰ ਵੀ ਥੋੜੇ ਰਹਿ ਜਾਂਦੇ ਨੇ, ਅਸੀਂ ਮੁੱਲ ਹੀ ਨਹੀਂ ਦੇ ਸਕਦੇ। ਸੋ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਸਹੀ ਸਲਾਮਤ। ਇਹ ਸਹੀ ਸਲਾਮਤ ਦਾ ਅਰਥ ਠੀਕ ਠਾਕ ਜਨਮ ਤੋਂ ਲੈ ਕੇ ਬੁਢੇਪੇ ਤੱਕ ਆਪਣੇ ਬਦਨ ਤੇ ਦਾਗ ਨਾ ਲੱਗਣ ਦੇਣਾ। ਮਿਲ ਕਰ ਆਏ ਪਰਮਾਤਮਾ ਨੂੰ, ਮਿਲ ਕੇ ਨਾ ਸੱਚਖੰਡ ਰੂਪੀ ਘਰ ਦੇ ਵਿੱਚ ਆ ਗਏ। ਇਹ ਜੀਵਨ ਦਾ ਸਫ਼ਰ ਹੈ ਨਾ ਜਿਹੜਾ, ਇਹ ਪੂਰਾ ਹੋ ਗਿਆ। ਕਈ ਵਾਰੀ ਕੋਈ ਸਰੀਰ ਛੱਡ ਦਿੰਦਾ ਤੇ ਅਸੀਂ ਕਹਿ ਦਿੰਦੇ ਆ ਇਹ ਪ੍ਰਾਣੀ ਪੂਰਾ ਹੋ ਗਿਆ ਹੈ। ਸਰੀਰ ਕਰਕੇ ਪੂਰਾ ਹੋ ਗਿਆ ਹੈ, ਪਰ ਅੰਦਰ ਅਵਸਥਾ ਕਰਕੇ ਪੂਰਾ ਨਹੀਂ ਹੋਇਆ, ਅੰਦਰੋਂ ਅਜੇ ਅਧੂਰਾ ਹੈ। ਜਦੋਂ ਤੱਕ ਅੰਦਰੋਂ ਅਧੂਰਾ ਹੈ ਉਦੋਂ ਤੱਕ ਇਹਨੂੰ ਹੋਰ ਸਰੀਰ ਧਾਰਨੇ ਪੈਣਗੇ। ਜਦੋਂ ਤੱਕ ਅੰਦਰੋਂ ਪੂਰਾ ਨਹੀਂ ਹੁੰਦਾ ਉਦੋਂ ਤੱਕ ਪੂਰੇ ਦੇ ਵਿੱਚ ਇਹ ਆਣ ਕੇ ਨਹੀਂ ਮਿਲੇਗਾ। ਤੇ ਅੰਦਰੋਂ ਜਦੋਂ ਮਨੁੱਖ ਪੂਰਾ ਹੋ ਜਾਂਦਾ ਹੈ, ਫਿਰ ਅੰਦਰੋਂ ਉਹ ਪਰਿਵਰਤਨ ਹੁੰਦਾ ਹੈ, ਅੰਦਰੋਂ ਬਦਲ ਜਾਂਦਾ ਹੈ, ਉਹਦਾ ਸੁਭਾਅ ਬਦਲ ਜਾਏਗਾ, ਉਹਦੀਆਂ ਆਦਤਾਂ, ਉਹਦੀ ਰਹਿਣੀ ਸਹਿਣੀ ਬਹਿਣੀ ਹੈ ਨਾ ਜਿਹੜੀ, ਇਹਦੇ ਸਾਰੇ ਦੇ ਵਿੱਚ ਫਰਕ ਆ ਜਾਏਗਾ। ਸਹੀ ਸਲਾਮਤ ਮਿਲ ਕਰ ਆਏ। ਗੁਰੂ ਜੀ ਰਹਿਮਤ ਕਰਦੇ ਨੇ ਸੱਚੇ ਸਤਿਗੁਰੂ ਨੂੰ ਪ੍ਰਾਪਤ ਕਰਕੇ ਤੇ ਠੀਕ ਠਾਕ ਸਾਰਾ ਜੀਵਨ ਉੱਚਾ ਤੇ ਸੁੱਚਾ ਲੈ ਕੇ ਆਪਣੇ ਨਿੱਜੀ ਘਰ ਬੈਕੁੰਠ ਦੇ ਵਿੱਚ ਆ ਗਏ। ਨਿੰਦਕ ਕੇ ਮੁਖ ਹੋਏ ਕਾਲ। ਜਿਹੜੇ ਨਿੰਦਿਆ ਕਰਨ ਵਾਲੇ ਸਨ ਨਾ, ਉਹ ਨਿੰਦਿਆ ਕਰਦੇ ਕਰਦੇ ਆਪਣੇ ਮੂੰਹ ਨੂੰ ਕਾਲ ਖਿਲਾ ਕੇ ਚਲੇ ਗਏ ਨੇ। ਕਿਉਂਕਿ ਜਿੰਨੀ ਅਸੀਂ ਕਿਸੇ ਦੀ ਨਿੰਦਿਆ ਕਰਦੇ ਹਾਂ, ਉਹਦੇ ਗੁਨਾਹ ਜਿਹੜੇ ਨੇ ਉਹ ਸਾਰੇ ਦੇ ਸਾਰੇ ਸਾਨੂੰ ਲੱਗ ਜਾਂਦੇ ਨੇ। ਨਿੰਦੋ ਨਿੰਦੋ ਲੋਕ। ਭਗਤ ਕਬੀਰ ਜੀ ਨੇ ਲੋਕੋ ਸਾਨੂੰ ਨਿੰਦ ਨਾ ਕਰੋ, ਨਿੰਦਾ ਜਨ ਕੋ ਖਰੀ ਪਿਆਰੀ। ਸਾਨੂੰ ਬੜੀ ਚੰਗੀ ਲੱਗਦੀ ਹੈ। ਕਿਉਂ ਚੰਗੀ ਲੱਗਦੀ? ਨਿੰਦਾ ਬਾਪ ਨਿੰਦਾ ਮਹਿਤਾਰੀ। ਜਿਹੜਾ ਨਿੰਦਿਆ ਕਰਨ ਵਾਲਾ ਹੈ ਨਾ, ਉਹ ਸਾਡੇ ਪਿਓ ਦੀ ਤਰ੍ਹਾਂ ਸਾਡਾ ਧਿਆਨ ਰੱਖਦਾ ਹੈ। ਹੁਣ ਸਾਡਾ ਬੱਚਾ ਹੈ, ਬੱਚਾ ਸਾਡਾ ਸਕੂਲ ਗਿਆ ਤੇ ਅਸੀਂ ਕਿੰਨਾ ਧਿਆਨ ਰੱਖਦੇ ਹਾਂ ਵੀ ਅੱਜ ਬੱਚਾ ਲੇਟ ਹੋ ਗਿਆ, ਭਾਈ ਫੋਨ ਕਰੋ ਕਿਉਂ ਨਹੀਂ ਆਇਆ, ਇੱਕ ਦੂਜੇ ਨੂੰ ਪੁੱਛਦੇ ਹਾਂ, ਸੰਭਾਲਦੇ ਆ ਨਾ ਬੱਚੇ ਨੂੰ।
ਵੀ ਕਿਤੇ ਗਲਤ ਸੰਗਤ ਦੇ ਵਿੱਚ ਰਲ ਕੇ ਤੇ ਗਲਤ ਥਾਂ ਤੇ ਨਾ ਚਲਾ ਜਾਵੇ। ਇਹ ਨਿੰਦਕ ਦਾ ਕੰਮ ਹੈ। ਨਿੰਦਿਆ ਫਿਰ ਨਿੰਦਕ ਜਿਹੜਾ ਉਹ ਮਗਰ ਮਗਰ ਤੁਰਿਆ ਫਿਰਦਾ ਹੈ, ਕੀ ਕਰਦਾ ਹੈ, ਕਿੱਥੇ ਬਹਿੰਦਾ ਹੈ, ਕੀ ਖਾਂਦਾ ਹੈ, ਕਿਹਦੇ ਨਾਲ ਆਉਂਦਾ ਹੈ, ਕਿਹਦੇ ਨਾਲ ਜਾਂਦਾ ਹੈ। ਇਹ ਨਿੰਦਕ ਹੈ ਜਿਹੜਾ ਪਿਓ ਬਣ ਕੇ ਫਿਰ ਸਾਨੂੰ ਸੰਭਾਲਦਾ ਰਹਿੰਦਾ ਹੈ। ਨਿੰਦਾ ਮਹਤਾਰੀ ਤੇ ਨਿੰਦਾ ਜਿਹੜੀ ਇਹ ਮਾਂ ਵਰਗੀ ਹੈ। ਮਾਂ ਵਰਗੀ ਕਿਉਂ ਹੈ? ਮਾਂ ਹੈ ਜਿਹੜੀ ਉਹ ਜਦੋਂ ਨਿੱਕੇ ਹੁੰਦੇ ਆਪਾਂ ਕੱਪੜੇ ਖਰਾਬ ਕਰ ਦਿੰਦੇ ਸੀ ਤੇ ਪਾਣੀ ਦੇ ਨਾਲ ਸਾਫ਼ ਕਰਦੀ ਸੀ। ਤੇ ਨਿੰਦਕ ਹੈ ਜਿਹੜਾ ਇਹ ਜੀਭ ਦੇ ਨਾਲ ਸਾਡੇ ਮਨ ਦੇ ਅੰਦਰ ਦੀ ਗੰਦਗੀ ਨੂੰ ਸਾਫ਼ ਕਰਦਾ ਹੈ। ਨਿੰਦਕ ਕੇ ਮੁਖ ਹੋਏ ਕਾਲ। ਭਗਤ ਜੀ ਦੱਸਦੇ ਨੇ, ਵਾਹਿਗੁਰੂ ਜੀ ਸੱਚੇ ਸਤਿਗੁਰ ਦੀ ਪਾਵਨ ਬਾਣੀ ਦੱਸਦੀ ਹੈ ਵੀ ਜਿਹੜੇ ਨਿੰਦਿਆ ਕਰਦੇ ਸਨ ਉਹਨਾਂ ਦੇ ਮੂੰਹ ਨੂੰ ਕੇਵਲ ਤੇ ਕੇਵਲ ਕਾਲਖ ਲੱਗ ਗਈ ਹੈ। ਸੱਚੇ ਸਤਿਗੁਰੂ ਨੇ ਕਿਰਪਾ ਕੀਤੀ, ਰਹਿਮਤ ਕੀਤੀ ਹੈ। ਅਸੀਂ ਉਸ ਦੀ ਰਹਿਮਤ ਬਖਸ਼ਿਸ਼ ਕਿਰਪਾ ਦੇ ਨਾਲ ਸਹੀ ਸਲਾਮਤ ਮਿਲ ਕਰ ਆਏ ਵੈਕੁੰਠ ਦੇ ਵਿੱਚ, ਪੂਰੇ ਦੇ ਵਿੱਚ ਆਣ ਕੇ ਪੂਰੇ ਹੋ ਕੇ ਮਿਲ ਗਏ ਹਾਂ ਜੀ। ਕਹੋ ਨਾਨਕ ਮੇਰਾ ਸਤਿਗੁਰ ਪੂਰਾ, ਗੁਰ ਪ੍ਰਸਾਦ ਪ੍ਰਭ ਭਏ ਨਿਹਾਲ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਮੇਰਾ ਸੱਚਾ ਸਤਿਗੁਰ ਪੂਰਾ ਹੈ। ਪੂਰਾ ਉਹਨੂੰ ਆਖਿਆ ਜਾਂਦਾ ਹੈ ਜਿੰਦੇ ਵਿੱਚ ਸਾਰੇ ਗੁਣ ਪੂਰੇ ਹੋਣ, ਕਿਸੇ ਪਾਸਿਓਂ ਵੀ ਕੋਈ ਕਮੀ ਨਾ ਹੋਵੇ। ਇਹਦੇ ਲਈ ਪਹਿਲੋਂ ਵੀ ਆਪਾਂ ਇੱਕ ਦੋ ਵਾਰੀ ਸਮਝੇ, ਥੋੜਾ ਜਿਹਾ ਹੋਰ ਸਮਝ ਲੈਂਦੇ ਆ। ਅਸੀਂ ਡਾਕਟਰ ਕੋਲ ਜਾਵਾਂਗੇ ਤੇ ਉਹ ਡਾਕਟਰ ਹੈ ਨਾ ਜਿਹੜਾ, ਪਹਿਲੋਂ ਤਾਂ ਥੋੜੇ ਬਹੁਤ ਪੂਰੇ ਹੁੰਦੇ ਸੀ, ਅੱਜ ਕੱਲ੍ਹ ਦੇ ਤੇ ਜਿਹੜੇ ਡਾਕਟਰ ਨੇ ਇਹ ਬਿਲਕੁਲ ਹੀ ਅਧੂਰੇ ਨੇ। ਉਹ ਆਖੇਗਾ ਪਹਿਲੋਂ ਮਸ਼ੀਨ ਤੋਂ ਚੈੱਕ ਕਰਾ ਕੇ ਲਿਆ। ਭਾਈ ਜੇ ਮਸ਼ੀਨ ਤੋਂ ਹੀ ਚੈੱਕ ਕਰਾਉਣਾ ਤੇ ਫਿਰ ਤੇਰੇ ਕੋਲ ਅਸੀਂ ਕੀ ਲੈਣ ਆਏ, ਅਸੀਂ ਮਸ਼ੀਨ ਕੋਲ ਹੀ ਚਲੇ ਜਾਂਦੇ। ਪਹਿਲੋਂ ਡਾਕਟਰ ਪੂਰੇ ਹੁੰਦੇ ਸੀ, ਸਾਡੀ ਨਬਜ਼ ਫੜ ਲੈਂਦੇ ਸੀ। ਨਬਜ਼ ਫੜ ਕੇ ਤੇ ਉਹ ਦੱਸ ਦਿੰਦੇ ਸੀ ਵੀ ਤੈਨੂੰ ਕੀ ਬਿਮਾਰੀ ਹੈ, ਤੈਨੂੰ ਕੀ ਰੋਗ ਹੈ। ਤੇ ਅੱਜ ਕੱਲ੍ਹ ਦੇ ਜਿਹੜੇ ਡਾਕਟਰ ਨੇ ਇਹਨਾਂ ਨੂੰ ਨਬਜ਼ ਫੜਨੀ ਨਹੀਂ ਆਉਂਦੀ। ਮੈਂ ਨਹੀਂ ਕਦੀ ਵੇਖਿਆ ਵੀ ਡਾਕਟਰ ਨੇ ਗਏ ਹੋਏ ਮਰੀਜ਼ ਦੀ ਨਬਜ਼ ਨੂੰ ਕਦੇ ਹੱਥ ਲਾਇਆ ਹੋਵੇ। ਬਸ ਜਾਨ ਸਰ ਲਿਖ ਦਿੰਦੇ ਨੇ, ਲੈ ਜਾ ਪਰਚੀ ਤੇ ਉੱਥੇ ਚਲਾ ਜਾ ਤੇ ਤੂੰ ਉੱਥੇ ਜਾ ਕੇ ਨਾ ਚੈੱਕ ਕਰਵਾਇਆ। ਇਹ ਮਸ਼ੀਨ ਕੋਲ ਗਿਆ, ਚੈੱਕ ਕਰਵਾ ਲਿਆ ਤੇ ਮਸ਼ੀਨ ਨੇ ਦੱਸ ਦਿੱਤਾ ਤੇ ਇਹਨੇ ਦਵਾਈਆਂ ਲਿਖ ਦਿੱਤੀਆਂ ਨੇ। ਹੁਣ ਇਹ ਡਾਕਟਰ ਪੂਰਾ ਥੋੜੀ ਹੈ, ਅਧੂਰਾ ਹੈ। ਧੰਨ ਗੁਰਬਾਣੀ ਦੇ ਅੰਦਰ ਫਰਮਾਨ ਹੁੰਦਾ, ਵੈਦਾ ਵੈਦ ਸੁਜਾਨ ਤੂੰ, ਪਹਿਲਾ ਰੋਗ ਪਛਾਣ। ਮੈਂ ਤੈਨੂੰ ਸਿਆਣਾ ਵੈਦ ਉਦੋਂ ਮੰਨਾਂਗਾ ਜੇ ਤੂੰ ਪਹਿਲਾਂ ਰੋਗ ਦੀ ਆਪ ਪਛਾਣ ਕਰੇ। ਤਾਂ ਐਸਾ ਦਾਰੂ ਲੋੜ ਲੋ ਜਿਤ 53 ਰੋਗਾ ਕਾਣ। ਤੇ ਫਿਰ ਤੂੰ ਉਹ ਦਵਾਈ ਦੀ ਪਰਖ ਕਰਕੇ ਮੈਨੂੰ ਦੇਵੀਂ ਜਿਹਦੇ ਨਾਲ ਰੋਗ ਨੇ ਨਾ ਜਿਹੜੇ ਉਹ ਨਾਸ ਹੋ ਜਾਣ। ਵੈਦਾ ਵੈਦ ਸੁਜਾਨ ਤੂੰ, ਪਹਿਲਾ ਰੋਗ ਪਛਾਣ। ਤੂੰ ਪਹਿਲਾਂ ਨਾ ਮੇਰੇ ਅੰਦਰ ਦਾ ਜਿਹੜਾ ਰੋਗ ਹੈ, ਮੇਰੇ ਅੰਦਰ ਦਾ ਜਿਹੜਾ ਦੁੱਖ ਹੈ ਨਾ, ਉਹਦੀ ਪਛਾਣ ਕਰ। ਜਦੋਂ ਉਹਦੀ ਪਛਾਣ ਕਰ ਲੇਗਾ, ਐਸਾ ਦਾਰੂ ਲੋੜ ਦੋ, ਫਿਰ ਤੂੰ ਇਸ ਤਰ੍ਹਾਂ ਦੀ ਦਵਾਈ ਹੈ ਨਾ ਜਿਹੜੀ ਮੇਰੀ ਲੋੜ ਦੇ ਅਨੁਸਾਰ ਉਹ ਲੈਣੀ ਕਰ। ਤੇਰੇ ਕੋਲ ਉਹ ਵੀ ਹੋਣੀ ਚਾਹੀਦੀ। ਇਹਦਾ ਅਰਥ ਇਸ ਤਰ੍ਹਾਂ ਬਣਦਾ ਹੈ, ਤੇਰੇ ਕੋਲ ਉਹ ਦਵਾਈ ਹੋਣੀ ਚਾਹੀਦੀ ਹੈ ਜਿਹੜੀ ਮੇਰੇ ਰੋਗ ਦੀ ਲੋੜ, ਰੋਗ ਵਾਲੀ ਲੋੜ ਨੂੰ ਪੂਰਾ ਕਰ ਸਕੇ, ਜਿੰਦੀ ਮੈਨੂੰ ਲੋੜ ਹੈ। ਜਿਹੜੀ ਦਵਾਈ ਦੀ ਮੈਨੂੰ ਲੋੜ ਹੈ ਨਾ, ਤੇਰੇ ਕੋਲ ਉਹ ਵੀ ਦਵਾਈ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਨਾ ਹੋਵੇ ਵੀ ਦੁੱਖ ਦੀ ਤਾਂ ਮੇਰੀ ਜਾੜ ਹੈ ਤੇ ਤੂੰ ਕੰਨ ਵਾਲੀ ਦਵਾਈ ਦੇ ਦੇਵੇਂ ਤੇ ਫਿਰ ਠੀਕ ਨਹੀਂ ਆਉਣਾ ਕੰਮ। ਐਸਾ ਦਾਰੂ ਲੋੜ ਲਓ, ਉਹ ਦਵਾਈ ਹੈ ਨਾ ਜਿਹੜੀ ਜਿੰਦੀ ਮੈਨੂੰ ਲੋੜ ਹੈ, ਉਹ ਤੂੰ ਲੱਭਣੀ ਕਰ, ਫਿਰ ਮੈਂ ਤੈਨੂੰ ਵੈਦ ਸਮਝਾਂਗਾ। ਪਰ ਅੱਜ ਕੱਲ੍ਹ ਦੇ ਜਿਹੜੇ ਡਾਕਟਰ ਨੇ, ਜਿਹੜੇ ਵੈਦ ਨੇ, ਇਹ ਅਧੂਰੇ ਨੇ। ਕਹੋ ਨਾਨਕ ਮੇਰਾ ਸਤਿਗੁਰ ਪੂਰਾ, ਮੇਰਾ ਪੂਰਾ ਗੁਰੂ ਹੈ ਸੱਚਾ ਸਤਿਗੁਰੂ। ਮੇਰਾ ਵੈਦ ਗੁਰ ਗੋਬਿੰਦਾ, ਮੇਰਾ ਗੁਰੂ ਹੈ ਜਿਹੜਾ ਪਰਮਾਤਮਾ ਦਾ ਰੂਪ ਹੈ ਤੇ ਇਹੀ ਮੇਰਾ ਡਾਕਟਰ ਹੈ, ਇਹੀ ਮੇਰਾ ਵੈਦ ਹੈ, ਇਹੀ ਮੇਰੀ ਬਿਮਾਰੀ ਨੂੰ ਜਾਣਦਾ ਹੈ। ਕਹੋ ਨਾਨਕ ਮੇਰਾ ਸਤਿਗੁਰ ਪੂਰਾ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਮੇਰਾ ਗੁਰੂ ਹੈ ਜਿਹੜਾ ਇਹ ਪੂਰਾ ਗੁਰੂ ਹੈ। ਗੁਰ ਪ੍ਰਸਾਦ ਪ੍ਰਭ ਭਏ ਨਿਹਾਲ। ਤੇ ਗੁਰੂ ਦੀ ਕਿਰਪਾ ਦੇ ਨਾਲ ਹੀ, ਪ੍ਰਸਾਦ ਦਾ ਅਰਥ ਰਹਿਮਤ, ਕਿਰਪਾ, ਬਖਸ਼ਿਸ਼, ਮਿਹਰ। ਗੁਰੂ ਦੀ ਕਿਰਪਾ, ਗੁਰੂ ਦੀ ਰਹਿਮਤ, ਗੁਰੂ ਦੀ ਬਖਸ਼ਿਸ਼, ਗੁਰੂ ਦੀ ਮਿਹਰ ਦੇ ਨਾਲ ਹੀ ਅਸੀਂ ਨਿਹਾਲ ਹੋਏ ਹਾਂ। ਤੇ ਨਿਹਾਲ ਮਨੁੱਖ ਉਦੋਂ ਹੁੰਦਾ ਹੈ ਜਦੋਂ ਉਹਦੇ ਅੰਦਰ ਤਸੱਲੀ ਬਚ ਜਾਵੇ, ਜਦੋਂ ਉਹਦੇ ਅੰਦਰ ਸੰਤੋਖ ਆ ਜਾਵੇ, ਸਬਰ ਆ ਜਾਵੇ, ਜਦੋਂ ਉਸ ਨੂੰ
ਆਪਣੀ ਇੱਛਾ ਦੇ ਅਨੁਸਾਰ ਪ੍ਰਾਪਤੀ ਹੋ ਜਾਵੇ, ਉਦੋਂ ਮਨੁੱਖ ਨਿਹਾਲ ਹੋ ਜਾਂਦਾ ਹੈ। ਸੋ ਇਤਨੀ ਕੁ ਸੇਵਾ ਆਪ ਸੰਗਤਾਂ ਨੇ ਪ੍ਰਵਾਨ ਕਰਨੀ। ਸੱਚੇ ਸਤਿਗੁਰ ਕਿਰਪਾ ਕਰ, ਰਹਿਮਤ ਕਰਨ। ਜੋ ਸਾਡੀਆਂ ਅਨੇਕ ਪ੍ਰਕਾਰ ਦੀਆਂ ਉਖੇੜੇ ਵਾਲੀਆਂ ਬਿਰਤੀਆਂ ਨੇ, ਇਹ ਸਾਰੀਆਂ ਦੀਆਂ ਸਾਰੀਆਂ ਬਿਰਤੀਆਂ ਨੇ ਜਿਹੜੀਆਂ ਇਹ ਬਦਲ ਜਾਣ ਤੇ ਅਸੀਂ ਗੁਰਮੁਖਾਂ ਦੀ ਸਤ ਬਚਨ ਵਾਲੀ ਬਿਰਤੀ ਹੈ ਜਿਹੜੀ, ਉਸ ਬਿਰਤੀ ਦੇ ਮਾਲਕ ਬਣੀਏ। ਗੁਰੂ ਮਹਾਰਾਜ ਜੀ ਸਾਨੂੰ ਸੱਚ ਬਚਨ ਵਾਲੀ ਬਿਰਤੀ ਹੈ ਜਿਹੜੀ ਉਹ ਦੇ ਦੇਣ। ਐਵੇਂ ਨਾ ਵਿਕਲਪਾਂ ਸੰਕਲਪਾਂ ਦੇ ਵਿੱਚ ਦੁਖੀ ਹੁੰਦੇ ਰਹੀਏ, ਐਵੇਂ ਨਾ ਨਿੰਦਿਆ ਚੁਗਲੀ ਦੇ ਵਿੱਚ ਦੁਖੀ ਹੁੰਦੇ ਰਹੀਏ, ਐਵੇਂ ਨਾ ਪੁੱਠੇ ਸਿੱਧੇ ਪਾਸੇ ਲੱਗ ਕੇ ਤੇ ਆਪਣੇ ਜੀਵਨ ਨੂੰ ਬਰਬਾਦ ਕਰੀਏ। ਸੱਚੇ ਸਤਿਗੁਰੂ ਨੇ ਕਿਰਪਾ ਕੀਤੀ, ਰਹਿਮਤ ਕੀਤੀ, ਸਾਨੂੰ ਗਿਆਨ ਦੀ ਦਾਤ ਬਖਸ਼ਿਸ਼ ਕੀਤੀ। ਅਸੀਂ ਯਤਨ ਕਰੀਏ ਇਹ ਸਾਡੇ ਅੰਦਰ ਰੁਕੇ। ਦੇਹੋ ਸੱਜਣ ਆਸੀਸ ਲਿਆ, ਜੋ ਹੋਵੇ ਸਹਿਬ ਸਿਉ ਮੇ।